ਵਾਹਿਗੁਰੂ ਸਾਹਿਬ ਜੀਓ। ਧਰ ਜਿਅਰੇ ਇੱਕ ਟੇਕ ਤੂੰ, ਲਾਹ ਬਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੋ ਦੁੱਖ ਗਵਾਏ ਜਿਉ। ਧੰਨ ਵਾਹਿਗੁਰੂ ਸਾਹਿਬ ਜੀਓ। ਤਿਲੰਗ ਮਹਲਾ ਨਾਵਾਂ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਰਹਾਉ ਸੰਪਤ ਰਥ ਧਨ ਰਾਜ ਸਿਉ, ਅਤ ਨਿਹ ਲਗਾਇਓ। ਕਾਲ ਫਾਸ ਜਬ ਗਲ ਪਰੀ, ਸਭ ਭਇਓ ਪਰਾਇਓ। ਜਾਣ ਬੂਝ ਕੈ ਬਾਵਰੇ, ਤੈਂ ਕਾਜ ਵਿਗਾਰਿਓ। ਪਾਪ ਕਰਤ ਸੁਕਚਿਓ ਨਹੀਂ, ਨਾ ਗਰਭ ਨਿਵਾਰਿਓ। ਜਿਹ ਬਿਦ ਗੁਰ ਉਪਦੇਸਿਆ, ਸੋ ਸੁਨ ਰੇ ਭਾਈ। ਨਾਨਕ ਕਹਿਤ ਪੁਕਾਰ ਕੈ, ਗਹੋ ਪ੍ਰਭ ਸ਼ਰਨਾਈ। ਜਿਹ ਬਿਦ ਗੁਰ ਉਪਦੇਸਿਆ, ਸੋ ਸੁਨ ਰੇ ਭਾਈ। ਨਾਨਕ ਕਹਿਤ ਪੁਕਾਰ ਕੈ, ਗਹੋ ਪ੍ਰਭ ਸ਼ਰਨਾਈ। ਸਾਹਿਬੇ ਕਮਾਲ ਵਾਲੀਏ ਕੁਲ ਆਲਮ, ਚਵਰ ਛਤਰ ਤਥਾ ਵਕਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ਦੇ ਉੱਤੇ ਮਹੀਨਾਵਾਰੀ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਿਕਾਰੇ ਸਤਸੰਗੀ ਜਨੋ ਵਡਭਾਗੇ ਹਾਂ। ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ
ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਇਹ ਸ਼ਬਦ, ਜਿਸ ਦਾ ਆਪਾਂ ਪਾਠ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 727 ਉੱਪਰ ਸੁਭਾਏਮਾਨ ਹੈ। ਰਹਾਉ ਦੀਆਂ ਪੰਕਤੀਆਂ ਨੇ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਮੇਰੇ ਮਨ, ਹੇ ਮੇਰੀ ਜਿੰਦੜੀਏ, ਤੂੰ ਉਸ ਮਾਲਕ ਪਰਮਾਤਮਾ ਜੀ ਦੇ ਗੁਣਾਂ ਨੂੰ ਗਾਇਆ ਕਰ, ਜੋ ਤੇਰਾ ਸੱਚਾ ਸਾਥੀ ਹੈ, ਤੇਰੇ ਨਾਲ ਨਿਭਣ ਵਾਲਾ ਹੈ, ਤੇਰੇ ਨਾਲ ਸਦਾ ਰਹਿਣ ਵਾਲਾ ਹੈ। ਉਸ ਮਾਲਕ ਦੇ ਗੁਣ ਗਾ, ਜਿਨ੍ਹਾਂ ਗੁਣਾਂ ਦੇ ਕਰਕੇ ਤੇਰਾ ਲੋਕ ਤੇ ਪਰਲੋਕ ਸਫਲਾ ਹੋ ਸਕਦਾ ਹੈ। ਲੋਕ ਕੀ? ਜਿਹੜਾ ਸਮਾਂ ਸਾਡਾ ਚੱਲ ਰਿਹਾ, ਪਰਲੋਕ ਆਉਣ ਵਾਲਾ ਸਮਾਂ, ਜਿਹਦੇ ਬਾਰੇ ਸਾਨੂੰ ਗਿਆਨ ਨਹੀਂ, ਪਤਾ ਨਹੀਂ ਵੀ ਉਹਦੇ ਵਿੱਚ ਸਾਡੇ ਨਾਲ ਕੀ ਹੋਵੇਗਾ, ਕੀ ਵਾਪਰੇਗਾ, ਕਿਹੋ ਜਿਹਾ ਸਮਾਂ ਕਿਵੇਂ ਬਣੇਗਾ, ਉਹਨੂੰ ਕਹਿੰਦੇ ਨੇ ਪਰਲੋਕ, ਪਰਾਇਆ ਲੋਕ, ਜਿਹਦੇ ਬਾਰੇ ਸਾਨੂੰ ਗਿਆਨ ਨਹੀਂ, ਪਤਾ ਨਹੀਂ। ਕਹਿੰਦੇ ਤੇਰਾ ਲੋਕ ਤੇ ਪਰਲੋਕ ਸਵਰ ਜਾਵੇਗਾ। ਆਮ ਕਰਕੇ ਇੱਕ ਦੁਬਿਧਾ, ਵੱਡਾ ਭੁਲੇਖਾ ਸੰਸਾਰ ਦੇ ਜੀ ਮਾਤਰ ਦੇ ਅੰਦਰ ਇਹ ਪਾ ਦਿੱਤਾ ਵੀ ਲੋਕ ਇਸ ਧਰਤੀ ਨੂੰ ਕਿਹਾ ਜਾਂਦਾ, ਪਰਲੋਕ ਸ਼ਾਇਦ ਕਿਤੇ ਕੋਈ ਉੱਪਰ ਅਸਮਾਨ ਦੇ ਵਿੱਚ ਬਣਿਆ ਹੋਇਆ ਹੈ, ਜਿੱਥੇ ਮਰ ਕੇ ਬਾਅਦ ਵਿੱਚ ਹੀ ਜਾਇਆ ਜਾਂਦਾ ਹੈ। ਪਰ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸਾਨੂੰ ਇਸ ਪੱਖ ਤੋਂ ਸੁਚੇਤ ਕੀਤਾ ਹੈ। ਸਤਿਗੁਰੂ ਕਹਿੰਦੇ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਕਹਿੰਦੇ ਉਹ ਮਨੁੱਖ ਹੀ ਜਿਉਂਦੇ ਜੀ ਸਵਰਗਾਂ ਦੇ ਵਿੱਚ ਹੈ, ਮੁਕਤ ਹੈ, ਪਰਲੋਕ ਦੇ ਵਿੱਚ ਹੈ, ਜੇਕਰ ਉਸ ਦੇ ਹਿਰਦੇ ਦੇ ਵਿੱਚ ਭਗਵੰਤ ਪਰਮਾਤਮਾ ਮਾਲਕ ਵਸ ਗਿਆ। ਹੁਣ ਇੱਥੇ ਵੀ ਖਿਆਲ ਬਣਾਇਆ ਗਿਆ ਕਿ ਪਰਮਾਤਮਾ ਨੂੰ ਜਪਣ ਦੇ ਲਈ, ਆਰਾਧਨ ਦੇ ਲਈ, ਧਿਆਉਣ ਦੇ ਲਈ, ਜਪ ਕਰਨ ਦੇ ਲਈ, ਤਪ ਕਰਨ ਦੇ ਲਈ ਸਾਨੂੰ ਸੁੱਚੇ ਹੋਣਾ ਪਵੇਗਾ। ਪਰ ਪਾਤਸ਼ਾਹ ਜੀ ਨੇ ਇਸ ਬਾਰੇ ਵੀ ਸਾਨੂੰ ਵਿਚਾਰ ਦਿੱਤੀ, ਕਿਉਂਕਿ ਆਮ ਜਿਹੜੀ ਲੋਕਾਂ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਸੀ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਵਿੱਚ ਹੀ ਕੰਡੈਮ ਕੀਤਾ ਹੈ, ਕੱਟਿਆ ਹੈ। ਕੀ ਸੀ ਧਾਰਨਾ ਬਣੀ ਹੋਈ? ਕਹਿੰਦੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਕਹਿੰਦੇ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ ਸਰੀਰ ਨੂੰ ਧੋਣ ਦੇ ਨਾਲ, ਇੱਕ ਵਾਰੀ ਨਹੀਂ, ਕਹਿੰਦੇ ਤੂੰ ਲੱਖਾਂ ਵਾਰੀ ਸਰੀਰਕ ਇਸ਼ਨਾਨ ਕਰ ਲੈ, ਲੱਖਾਂ ਤੀਰਥਾਂ 'ਤੇ ਜਾ ਕੇ ਤੂੰ ਨਹਾ ਲੈ, ਪਰ ਉਸ ਦੇ ਨਾਲ ਤੇਰਾ ਸਰੀਰ ਤਾਂ ਜ਼ਰੂਰ ਸਾਫ਼ ਹੋ ਸਕਦਾ, ਮਿੱਟੀ ਘੱਟਾ ਲੱਗਿਆ ਪਾਣੀ ਨਾਲ ਲੈ ਜਾਂਦਾ, ਪਰ ਤੂੰ ਕਹੇ ਵੀ ਤੇਰੇ ਮਨ ਦੀ ਪਵਿੱਤਰਤਾ ਹੋਗੀ, ਪਾਣੀ ਦੇ ਨਾਲ ਇਹ ਕਦੇ ਨਹੀਂ ਹੋ ਸਕਦਾ। ਪਾਣੀ ਤੇਰੇ ਮਨ ਨੂੰ ਪਵਿੱਤਰ ਨਹੀਂ ਕਰ ਸਕਦਾ। ਬਾਣੀ ਵਿੱਚ ਬਖਸ਼ਿਸ਼ ਹੈ, ਕਹਿੰਦੇ ਲੌਕੀ 860 ਤੀਰਥ ਨਹਾਈ, ਕੌਰਾਪਨ ਕਬਹੂ ਨਾ ਜਾਈ। ਲੌਕੀ ਕਹਿੰਦੇ ਨੇ ਕੌੜ ਤੁੰਮੇ ਨੂੰ। ਕੌੜ ਤੁੰਮਾ ਜਿਹੜਾ ਫਲ ਹੈ ਉਹ ਇੰਨਾ ਕੁ ਕੌੜਾ ਹੁੰਦਾ ਕਿ ਸਿੱਧਾ ਉਹ ਖਾਧਾ ਨਹੀਂ ਜਾ ਸਕਦਾ, ਉਹਨੂੰ ਬਕਾਇਦਾ ਤਰੀਕੇ ਦੇ ਨਾਲ ਕੱਟ ਕੇ
ਸਿਰਕੇ ਵਿੱਚ ਪਾ ਕੇ ਸੁਕਾਇਆ ਜਾਂਦਾ, ਜਾਂ ਉਸ ਨੂੰ ਹੋਰ ਪਦਾਰਥ ਅਚਾਰ ਵਾਲੇ ਵਿੱਚ ਪਾ ਕੇ ਉਹਦਾ ਅਚਾਰ ਬਣਾਇਆ ਜਾਂਦਾ, ਫਿਰ ਉਹ ਖਾਣ ਦੇ ਯੋਗ ਹੁੰਦਾ। ਫਿਰ ਵੀ ਉਹਦੇ ਵਿੱਚ ਕੁੜੱਤਣ ਰਹਿੰਦੀ ਹੈ। ਕਹਿੰਦੇ ਜੇਕਰ ਇੱਕ ਕੌੜ ਤੁੰਮੇ ਦੇ ਫਲ ਨੂੰ ਤੀਰਥਾਂ ਦੇ ਉੱਤੇ ਇਸ਼ਨਾਨ ਕਰਾ ਲਈਏ, ਜਿੱਥੇ ਜਿੱਥੇ ਮਨੁੱਖ ਜਾਵੇ ਇਸ਼ਨਾਨ ਕਰੇ, ਉੱਥੇ ਉੱਥੇ ਹੀ ਉਸ ਕੌੜ ਤੁੰਮੇ ਨੂੰ ਵੀ ਨਹਾਈ ਜਾਈਏ, ਤਾਂ ਕਹਿੰਦੇ ਵੀ ਉਹਦਾ ਜਿਹੜਾ ਕੌੜਾਪਣ ਹੈ ਅੰਦਰ, ਉਹ ਪਾਣੀ ਨਾਲ ਧੋ ਕੇ ਦੂਰ ਨਹੀਂ ਹੋਣਾ। ਬੇਸ਼ੱਕ ਕੋਈ ਪ੍ਰਯਾਗ ਤੀਰਥ 'ਤੇ ਚਲਿਆ ਜਾਵੇ, ਕੋਈ ਹਰਿਦੁਆਰ ਚਲਿਆ ਜਾਵੇ, ਕੋਈ ਹੋਰ ਕਿਸੇ ਵੀ ਵੱਡੇ ਤੀਰਥ ਅਸਥਾਨ ਦੇ ਉੱਤੇ ਚਲਿਆ ਜਾਵੇ, ਹਿੰਦੂ ਮਤ ਦੇ ਮੁਤਾਬਕ ਬ੍ਰਾਹਮਣ ਨੇ 68 ਤੀਰਥ ਮਿਥੇ ਹੋਏ ਨੇ ਵੀ ਜਿਨ੍ਹਾਂ ਉੱਤੇ ਮਨੁੱਖ ਇਸ਼ਨਾਨ ਕਰਕੇ ਇਸ ਸੰਸਾਰ ਦੀ ਯਾਤਰਾ ਸਫਲ ਕਰ ਸਕਦਾ। 68 ਤੀਰਥ। ਹੁਣ ਸਤਿਗੁਰੂ ਕਹਿੰਦੇ ਇਹਨਾਂ ਨੂੰ ਜਿੰਨੇ ਮਰਜ਼ੀ ਲੋਕੀ 68 ਤੀਰਥ ਨਹਾਈ, 68 ਦਾ ਅਰਥ ਹੈ 8 + 60 68। ਕਹਿੰਦੇ 68 ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਾ ਲਵੋ, ਫਿਰ ਵੀ ਇਹਦੇ ਵਿੱਚ ਜਿਹੜਾ ਕੌੜਾਪਣ ਹੈ ਉਹ ਕਦੇ ਖਤਮ ਨਹੀਂ ਹੋਵੇਗਾ, ਜਾਵੇਗਾ ਨਹੀਂ। ਇੱਕ ਨਗਰ ਦੇ ਵਿੱਚੋਂ ਕੋਈ ਮਾਈ ਤੀਰਥ ਯਾਤਰਾ ਦੇ ਲਈ ਜਾਣ ਲੱਗੀ ਅਤੇ ਉਹਨੇ ਹੋਰਾਂ ਵੀ ਭੈਣਾਂ ਨੂੰ ਨਾਲ ਸੁਨੇਹਾ ਦਿੱਤਾ ਵੀ ਆਓ ਬੱਸ ਚੱਲੀਏ, ਫ੍ਰੀ ਦੇ ਵਿੱਚ ਜਾਣਾ, ਵੀ ਆਪਾਂ ਚੱਲਦੇ ਹਾਂ। ਕਈ ਭੈਣਾਂ ਮੰਨ ਗਈਆਂ ਨਾਲ ਜਾਣ ਨੂੰ, ਇੱਕ ਦੋ ਨੇ ਜਵਾਬ ਦੇ ਦਿੱਤਾ। ਇੱਕ ਭੈਣ ਸੀ, ਉਹ ਬੜੀ ਸਿਆਣੀ ਸੀ, ਉਹਨੇ ਕਿਹਾ, ਕਹਿੰਦੇ ਇੱਦਾਂ ਕਰ ਭੈਣ ਵੀ ਤੂੰ ਚੱਲੀ ਹੈ 68 ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਲਈ, ਮਹੀਨਾ ਸਵਾ ਮਹੀਨਾ ਤੇਰਾ ਲੰਘ ਜਾਣਾ, ਤੂੰ ਵਾਪਸ ਨਹੀਂ ਆਉਣਾ, ਇੰਨਾ ਸਮਾਂ ਵੀ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੋਣਾ। ਤੂੰ ਇੱਦਾਂ ਕਰ, ਮੈਂ ਤੈਨੂੰ ਇੱਕ ਫਲ ਦਿੰਦੀ ਹਾਂ, ਤੂੰ ਇਸ ਫਲ ਨੂੰ ਨਾਲ ਲੈ ਜਾ, ਨਾਲ ਲਿਜਾ ਕੇ ਇਸ ਨੂੰ ਜਿੱਥੇ ਜਿੱਥੇ ਤੂੰ ਇਸ਼ਨਾਨ ਕਰੇਂਗੀ ਉੱਥੇ ਨਾਲ ਇਹਨੂੰ ਵੀ ਚੁੱਭੀਆਂ ਲਵਾ ਦੀ। ਉਹ ਕਹਿੰਦੀ ਗੱਲ ਹੀ ਕੋਈ ਨਹੀਂ। ਚੱਲ ਜੇ ਤੂੰ ਨਹੀਂ ਜਾਣਾ, ਤਾਨੇ ਮਿਹਣੇ ਸ਼ੁਰੂ ਹੋ ਗਏ ਨਾ ਵੀ ਤੇਰੇ ਤਾਂ ਕਰਮਾਂ 'ਚ ਨਹੀਂ, ਭਾਗਾਂ 'ਚ ਨਹੀਂ, ਵੇਖ ਇਹ ਫਲ ਦੇ ਅੰਦਰ ਤੇਰੇ ਨਾਲੋਂ ਵੱਧ ਸ਼ਰਧਾ ਭਾਵਨਾ ਹੈ ਵੀ ਜਿਹੜਾ ਇਹ ਫਲ ਵੀ ਤੇਰੇ ਰਾਹੀਂ ਮੇਰੇ ਨਾਲ ਜਾਣ ਨੂੰ ਤਿਆਰ ਹੋ ਗਿਆ, ਇਹਦੇ ਕਰਮ ਚੰਗੇ ਨੇ, ਤੇਰੇ ਮਾੜੇ ਨੇ। ਉਹ ਕਹਿੰਦੀ ਚੱਲ ਕੋਈ ਗੱਲ ਨਹੀਂ ਵੀ ਤੂੰ ਇਹਨੂੰ ਲੈ ਕੇ ਆਈ ਇਸ਼ਨਾਨ ਕਰਵਾ ਕੇ। ਕਹਿੰਦੀ ਠੀਕ ਆ, ਚਲੀ ਗਈ। ਜਦੋਂ ਗਈ ਤੇ ਅੱਗੇ ਜਿੱਥੇ ਵੀ ਇਸ਼ਨਾਨ ਕਰਿਆ ਕਰੇ ਉੱਥੇ ਹੀ ਜਾ ਕੇ ਨਾਲ ਉਹ ਦਿੱਤੇ ਹੋਏ ਫਲ ਨੂੰ ਵੀ ਇਸ਼ਨਾਨ ਕਰਾਇਆ ਕਰੇ, ਵੀ ਮੈਨੂੰ ਡਿਊਟੀ ਲਾਈ ਸੀ ਜਿਸ ਦੇ ਵਿੱਚ ਵੀ ਮੇਰਾ ਫਰਜ਼ ਬਣਦਾ ਵੀ ਉਹ ਤਾਂ ਚਲੋ ਨਹੀਂ ਆਈ ਨਾਲ, ਮੈਂ ਇਹਦਾ ਇਸ਼ਨਾਨ ਕਰਵਾ ਦੇਵਾਂ। ਸਮਾਂ ਬਤੀਤ ਹੋਇਆ, ਮਹੀਨੇ ਡੇਢ ਮਹੀਨੇ ਬਾਅਦ ਉਹ ਮਾਈ ਮੁੜ ਕੇ ਆ ਗਈ ਅਤੇ ਹਜੇ ਬੱਸੋਂ ਉਤਰੀ ਹੋਈ ਹੈ ਅਤੇ ਫਿਤਰਤ ਹੈ ਮਨੁੱਖ ਦੀ, ਕਹਿੰਦੇ ਇੱਕ ਮਲ ਜਿਹੜੀ ਆ, ਇੱਕ ਮੈਲ ਲਾਉਣ ਦੇ ਲਈ ਬੰਦਾ ਜਾਂਦਾ, ਧੋਣ ਦੇ ਲਈ ਬੰਦਾ ਜਾਂਦਾ, ਅਤੇ ਉੱਧਰੋਂ ਕਈ ਗੁਣਾ ਜ਼ਿਆਦਾ ਮੈਲ ਆਪਣੇ ਨਾਲ ਲੈ ਕੇ ਆ ਜਾਂਦਾ। ਇੱਕ ਮਲ ਧੋਤੀ ਨਹਾਤਿਆਂ ਦੋਏ ਭਾ ਚੜ੍ਹੀਅਸ ਹੋਰ। ਕਹਿੰਦੇ ਇੱਕ ਲਾਉਣ ਗਿਆ ਸੀ ਅਤੇ ਹੋਰ ਉਸ ਤੋਂ ਵੀ 2 ਗੁਣਾ ਵੱਧ ਨਾਲ ਲੈ ਕੇ ਆ ਗਿਆ। ਹੋਇਆ ਕੀ? ਕਹਿੰਦੇ ਆਵਾਜ਼ ਦਿੰਦੀ ਆਉਂਦੀ ਹੈ ਵੀ ਮੈਂ ਤੀਰਥਾਂ ਦੀ ਯਾਤਰਾ 'ਤੇ ਇਸ਼ਨਾਨ ਕਰਿਆ ਜੀ, ਮੇਰੇ ਕਰਮ ਚੰਗੇ, ਮੇਰੇ ਪਾਪ ਕੱਟੇ ਗਏ, ਮੇਰਾ ਇਹ ਹੋ ਗਿਆ, ਮੇਰਾ ਉਹ ਹੋ ਗਿਆ, ਤੁਸੀਂ ਰਹਿ ਗਏ ਇਹੋ ਜਿਹੇ, ਤੁਹਾਡਾ ਭਲਾ ਨਹੀਂ ਹੋ ਸਕਦਾ, ਘਰ ਹੀ ਰਹਿ ਗਏ ਤੁਸੀਂ ਕੰਮਾਂ ਕਾਰਾਂ 'ਚ ਖਪਤ ਹੋ ਕੇ। ਚਲੋ ਇਕੱਠੀਆਂ ਹੋਈਆਂ ਮਾਈਆਂ ਵੀ, ਚਲੋ ਆਈ ਹੈ ਮਾਈ ਵੀ ਪੁੱਛਦੇ ਹਾਂ ਵੀ ਭਾਈ ਹਾਂ ਦੱਸ ਵੀ ਤੂੰ ਸਫ਼ਰ ਕਿਵੇਂ ਰਿਹਾ ਤੇਰਾ, ਕੀ ਵੇਖਿਆ, ਕੀ ਤੂੰ ਸਿੱਖਿਆ ਲਈ, ਕੀ ਸੁਣਿਆ, ਕੀ ਉੱਥੇ ਕੁਝ ਚੰਗਾ ਸਿੱਖ ਕੇ ਆਈ ਜਾਂ ਕੁਛ ਹੋਰ। ਅਤੇ ਉਹ ਹਜੇ ਇਕੱਠੀਆਂ ਹੋ ਰਹੀਆਂ, ਇੰਨੇ ਨੂੰ ਜਿਹਨੇ ਫਲ ਦਿੱਤਾ ਸੀ ਉਹ ਭੈਣ ਵੀ ਆ ਗਈ, ਕੱਢ ਕੇ ਝੋਲੇ ਵਿੱਚੋਂ ਫਲ ਦਿੱਤਾ, ਕਹਿੰਦੀ ਆਹ ਲੈ ਤੇਰਾ ਫਲ, ਤੇਰੇ ਨਾਲੋਂ ਭਾਗਾਂ ਵਾਲਾ ਰਿਹਾ ਵੀ ਇਹ ਇਸ਼ਨਾਨ ਕਰਿਆ ਆ। ਹੁਣ ਅਚੰਭਾ ਉਸ ਗੱਲ ਦਾ ਪੈ ਗਿਆ, ਜਦੋਂ ਭੈਣ ਨੇ ਕਿਹਾ ਵੀ
ਕਰਦ ਲੈ ਕੇ ਆਓ ਅਤੇ ਇਸ ਨੂੰ ਕੱਟ ਲਈਏ ਆਪਾਂ। ਹੁਣ ਪਤਾ ਸਾਰਿਆਂ ਨੂੰ ਸੀ, ਮਾਤਾਵਾਂ ਨੂੰ, ਭੈਣਾਂ ਨੂੰ, ਵੀ ਇਹ ਜਿਹੜਾ ਫਲ ਹੈ ਕੌੜ ਤੁੰਮੇ ਦਾ, ਵੀ ਇਹ ਕੌੜਾ ਬਹੁਤ ਹੈ, ਖਾਧਾ ਨਹੀਂ ਜਾ ਸਕਦਾ। ਉਹਨੇ ਫਾੜੀਆਂ ਕੀਤੀਆਂ, 15-20 ਫਾੜੀਆਂ ਕਰਕੇ ਇਕੱਲੇ ਇਕੱਲੇ ਨੂੰ ਫੜਾ ਦਿੱਤੀ ਵੀ ਲੈ ਭੈਣ ਤੂੰ ਵੀ ਖਾ, ਲੈ ਬੇਬੇ ਤੂੰ ਵੀ ਖਾ, ਲੈ ਭੈਣੇ ਤੂੰ ਵੀ। ਕਰਦੇ ਕਰਾਉਂਦੇ ਸਾਰਿਆਂ ਨੂੰ ਜਦੋਂ ਵੰਡ ਦਿੱਤਾ, ਵੰਡਣ ਤੋਂ ਬਾਅਦ ਉਹ ਇਕੱਲੇ ਇਕੱਲੇ ਨੇ ਜਦੋਂ ਹੱਥਾਂ ਵਿੱਚ ਆ ਗਿਆ ਅਤੇ ਵੇਖਣਾ ਸ਼ੁਰੂ ਕਰ ਦਿੱਤਾ ਵੀ ਇਹਨੂੰ ਖਾਈਏ ਕਿਵੇਂ। ਹੁਣ ਦਿੱਕਤ ਤਾਂ ਖਾਣ ਦੀ ਹੈ ਨਾ, ਖਾਧਾ ਨਹੀਂ ਜਾ ਸਕਦਾ, ਕੌੜਾ ਏ। ਹੁਣ ਜਦੋਂ ਪਤਾ ਲੱਗਿਆ ਵੀ ਇੰਨਾ ਕੌੜਾ ਖਾਵਾਂਗੇ ਕਿਵੇਂ, ਕੌੜ ਤੁੰਮਾ ਏ, ਅਤੇ ਉਹ ਕਹਿੰਦੇ ਵੀ ਨਹੀਂ ਕੌੜਾ ਨਹੀਂ। ਕਹਿੰਦੇ ਕਿਉਂ? ਕਹਿੰਦੇ ਇਹਦੇ ਵਿੱਚੋਂ ਤਾਂ ਕੁੜੱਤਣ ਹੈ ਜਿਹੜੀ, ਇਹ ਤੀਰਥਾਂ 'ਤੇ ਇਸ਼ਨਾਨ ਕਰਕੇ ਆਈ ਹੈ, ਨਾਲ ਮਾਈ, ਨਾਲ ਫਲ ਵੀ ਧਵਾਇਆ, ਇਹਨੂੰ ਪੁੱਛੋ ਵੀ ਇਹਨੇ ਨਾਲ ਚੁੱਭੀ ਲਵਾਈ ਵੀ ਹੈ ਕਿ ਨਹੀਂ ਲਵਾਈ। ਅਤੇ ਉਹਨੇ ਵੀ ਕਹਿ ਦਿੱਤਾ ਵੀ ਹਾਂ ਚੁੱਭੀ ਆ ਜਿਹੜੀ ਉਹ ਫਲ ਦੀ ਅਸੀਂ ਲਵਾਈ ਹੈ, ਨਾਲ ਜਿੱਥੇ ਮੈਂ ਇਸ਼ਨਾਨ ਕੀਤਾ ਉੱਥੇ ਹੀ ਇਸ ਫਲ ਨੂੰ ਵੀ ਕਰਵਾਇਆ। ਕਰਦੇ ਕਰਾਉਂਦੇ ਜਦੋਂ ਸਾਰਿਆਂ ਨੇ ਜਵਾਬ ਆਉਣੇ ਸ਼ੁਰੂ ਹੋ ਗਏ ਵੀ ਨਾ ਕੌੜਾ ਏ, ਇੱਦਾਂ ਖਾਧਾ ਨਹੀਂ ਜਾ ਸਕਦਾ, ਉਹ ਕਹਿੰਦੇ ਵੀ ਫਿਰ ਇੱਦਾਂ ਨਹੀਂ ਹੋ ਸਕਦਾ ਵੀ ਜੇਕਰ ਉਹ ਤੀਰਥਾਂ ਦੇ ਉੱਤੇ ਨਹਾਉਣ ਦੇ ਨਾਲ ਮਨ ਦੀ ਪਵਿੱਤਰਤਾ ਹੋ ਜਾਂਦੀ ਹੈ, ਫਿਰ ਇਸ ਫਲ ਦੇ ਅੰਦਰੂਨੀ ਜਿਹੜੀ ਕੁੜੱਤਣ ਸੀ, ਕੌੜਾਪਣ ਸੀ, ਉਹ ਜਾਣਾ ਚਾਹੀਦਾ, ਗਿਆ ਨਹੀਂ। ਫਿਰ ਉਹ ਭੈਣ ਨੇ ਸਮਝਾਇਆ ਕਿ ਇੱਦਾਂ ਨਹੀਂ, ਕੋਈ ਲੱਖ ਕੋਸ਼ਿਸ਼ ਕਰੇ, ਲੱਖ ਯਤਨ ਕਰੇ ਵੀ ਇਸ ਤਰੀਕੇ ਨਾਲ ਇਹ ਕੌੜਾਪਣ ਹੈ ਜਿਹੜਾ ਦੂਰ ਹੋ ਜਾਵੇਗਾ। ਕਹਿੰਦੇ ਨਹੀਂ, ਮਨ ਦੇ ਵਿੱਚ ਜਿਹੜਾ ਭਰਮ, ਭੁਲੇਖਾ, ਵਹਿਮ, ਕਰਮ ਕਾਂਡ ਹੈ, ਉਹ ਗਿਆਨ ਤੋਂ ਬਿਨਾਂ ਧੋਤਾ ਨਹੀਂ ਜਾਂਦਾ। ਗਿਆਨ ਦੇ ਦੁਆਰਾ ਹੀ ਉਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਜੇਕਰ ਗਿਆਨ ਨਹੀਂ ਤਾਂ ਫਿਰ ਸਾਫ਼ ਨਹੀਂ ਹੋਵੇਗਾ। ਇਹ ਗੱਲ ਸਾਫ਼ ਕਹਿ ਦਿੱਤੀ। ਸਤਿਗੁਰੂ ਕਹਿੰਦੇ ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਦੋਂ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਉਦੋਂ ਫਿਰ ਅਗਿਆਨਤਾ ਦਾ ਹਨੇਰਾ ਜਿਹੜਾ ਹੈ, ਵਹਿਮਾਂ ਭਰਮਾਂ, ਕਰਮ ਕਾਂਡਾਂ, ਪਖੰਡਾਂ ਦਾ, ਉਹ ਦੂਰ ਹੋ ਜਾਂਦਾ ਹੈ। ਮਨੁੱਖ ਉਹਨਾਂ ਤੋਂ ਪਾਸੇ ਹੋ ਜਾਂਦਾ, ਕਿਉਂਕਿ ਉਹਨੇ ਅੰਦਰੋਂ ਚਾਨਣ ਕਰ ਦਿੱਤਾ। ਹੁਣ ਚਾਨਣ ਦੇ ਦੁਆਰਾ ਪਤਾ ਲੱਗ ਗਿਆ ਵੀ ਕੀ ਕਰਨਾ ਹੈ, ਕੀ ਨਹੀਂ ਕਰਨਾ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਵਿਵੇਕ ਬੁੱਧ ਬਖਸ਼ਿਸ਼ ਕਰ ਦਿੱਤੀ, ਜਿਸ ਦੇ ਸਦਕਾ ਸਾਨੂੰ ਹੁਣ ਪਹਿਚਾਣ ਆਉਣ ਲੱਗ ਪਈ ਵੀ ਕੀ ਸਹੀ ਹੈ ਅਤੇ ਕੀ ਗਲਤ ਹੈ। ਹੋਵੇਗਾ ਕਦੋਂ? ਜਦੋਂ ਅਸੀਂ ਬਾਣੀ ਨੂੰ ਆਪ ਵਿਚਾਰ ਕੇ ਪੜ੍ਹਨ ਦਾ ਯਤਨ ਕਰਾਂਗੇ, ਇਹ ਉਦੋਂ ਹੋਵੇਗਾ, ਕਿਉਂਕਿ ਸਾਨੂੰ ਪਤਾ ਲੱਗੇਗਾ ਨਾ ਫਿਰ ਵੀ ਬਾਣੀ ਵਿੱਚ ਵਾਕਈ ਕੀ ਲਿਖਿਆ, ਕੀ ਨਹੀਂ ਲਿਖਿਆ। ਫਿਰ ਜਿਹੜੇ ਨੇ ਅੰਦਰ ਸਵਾਲ ਵੀ ਪੈਣਗੇ ਵੀ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਸਤਿਗੁਰੂ ਇੱਥੇ ਇਹੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਸ ਮਾਲਕ ਪਰਮਾਤਮਾ ਜੀ ਦੇ ਨਾਮ ਨੂੰ ਤੂੰ ਆਪਣੇ ਨਾਲ ਸਹਾਈ ਬਣਾ, ਜਿਹੜਾ ਸਦਾ ਤੇਰਾ ਰਖਵਾਲਾ ਹੈ, ਜਿਹੜਾ ਸਦਾ ਤੇਰੇ ਨਾਲ ਰਹਿਣ ਵਾਲਾ ਹੈ, ਜਿਹੜਾ ਤੈਥੋਂ ਇੱਕ ਪਲ ਚੱਸੇ ਦੇ ਲਈ ਵੀ ਦੂਰ ਨਹੀਂ ਹੋਵੇਗਾ। ਉਹ ਮਾਲਕ ਪਰਮਾਤਮਾ ਜਿਹਦੇ ਗੁਣਾਂ ਦੀ ਸਾਂਝ ਪਾਉਂਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸਦੀਵੀ ਹੋਂਦ, ਸਤ ਕਹਿ ਦਿੱਤਾ, ਸਤਨਾਮ, ਜਿਹਦਾ ਨਾਮਣਾ ਸਤ ਹੈ, ਸਦੀਵੀ ਹੋਂਦ ਹੈ, ਜਿਹੜੀ ਕਦੇ ਮਿਟ ਨਹੀਂ ਸਕਦੀ। ਇਹ ਦੁਨੀਆ ਇੱਕ ਐਸਾ ਖੇਡ ਤਮਾਸ਼ਾ ਹੈ ਵੀ ਜਿਸ ਦੇ ਵਿੱਚ ਸਾਰਾ ਕੁਝ ਪਾਤਸ਼ਾਹ ਜੀ ਨੇ ਆਪੇ ਪਾਇਆ, ਅਤੇ ਜਿਹਨੇ ਪਾਇਆ ਉਹ ਕੱਢ ਵੀ ਸਕਦਾ। ਕੀਤਾ ਪਸਾਓ ਏਕੋ ਕਬਾਓ, ਤਿਸਤੇ ਹੋਏ ਲੱਖ ਦਰਿਆਓ। ਸਾਰਾ ਕੁਝ ਉਸੇ ਤੋਂ ਹੋਇਆ ਹੈ, ਉਸੇ ਦਾ ਹੀ ਪਸਾਰਾ ਹੈ ਇਹ ਸਾਰਾ ਜਿੰਨਾ ਪਸਰਿਆ ਹੋਇਆ ਹੈ। ਅਤੇ ਉਹ ਇਸ ਪਸਾਰੇ ਨੂੰ ਜੇਕਰ ਪਸਾਰਨ ਵਾਲਾ ਵੀ ਆਪ ਹੈ ਅਤੇ ਉਹਨੂੰ ਇਕੱਠਾ ਕਰਨ ਵਾਲਾ ਵੀ ਆਪ ਹੈ। ਉਦਾਹਰਨ ਦਿੱਤੀ ਬਾਣੀ ਵਿੱਚ, ਕਹਿੰਦੇ ਜਿਵੇਂ ਬਾਜੀਗਰ ਬਾਜੀ ਪਾਉਣ ਵੇਲੇ ਨਾ ਆਪਣਾ ਸਮਾਨ ਖਿਲਾਰ ਲੈਂਦਾ ਸਾਰਾ, ਜਿਹੜੇ ਉਹਨੇ ਕਰਤੱਵ ਦਿਖਾਉਣੇ ਹੁੰਦੇ ਆ, ਉਹ ਸਾਰਾ ਸਮਾਨ ਸਾਹਮਣੇ ਲੋਕਾਂ ਦੇ ਖਿਲਾਰ ਕੇ ਰੱਖ ਦਿੰਦਾ ਵੀ ਹੁਣ ਮੈਂ ਇੱਕ ਇੱਕ ਕਰਕੇ ਜਿਹੜਾ ਕਰਤੱਵ ਆ ਉਹ ਕਰਦਾ ਜਾਵਾਂਗਾ। ਪਰ ਜਦੋਂ ਸਮਾਪਤੀ ਕਰਦਾ ਜਾਣ ਵੇਲੇ ਉਹ ਸਾਰਾ ਆਪਣਾ ਪਾਇਆ ਹੋਇਆ ਖਲਾਰਾ ਪਸਾਰਾ ਇਕੱਠਾ ਕਰਕੇ ਨਾਲ ਲੈ ਕੇ ਤੁਰ ਪੈਂਦਾ। ਕਿਉਂਕਿ ਉਹਦੇ ਦੁਆਰਾ ਪਾਈ ਹੋਈ ਇੱਕ ਖੇਡ ਸੀ ਜਿਹੜੀ ਲੋਕਾਂ ਨੂੰ ਵਿਖਾਈ ਅਤੇ ਉਹਨੇ ਇਕੱਠੀ ਕਰ ਲਈ। ਇੱਦਾਂ ਹੀ ਮਾਲਕ ਹੈ, ਉਹ ਪਰਮਾਤਮਾ ਹੈ, ਉਹਦੀਆਂ ਖੇਡਾਂ ਨੇ, ਉਹ ਖੇਡਾਂ ਪਾ ਰਿਹਾ,
ਖੇਡਾਂ ਦੇ ਵਿੱਚ ਚੱਲ ਰਿਹਾ ਜੀਵਨ, ਤੇ ਮਤਾ ਕੋਈ ਇਹ ਸਮਝੇ ਵੀ ਇੱਥੇ ਸਥਿਰ ਰਹਿ ਜਾਣਾ ਨਾ। ਪਾਤਸ਼ਾਹ ਜੀ ਕਹਿੰਦੇ ਪਹਿਲਾਂ ਹੀ ਇਹ ਜੀਵਨ ਤੈਨੂੰ ਬੜਾ ਔਖਾ ਮਿਲਿਆ ਹੈ, ਇਹ ਤੈਨੂੰ ਅਵਸਰ ਮਿਲਿਆ ਹੈ, ਇਸ ਅਵਸਰ ਨੂੰ ਤੂੰ ਸਾਂਭ ਕੇ ਰੱਖ, ਤਾਂ ਕਿ ਤੇਰੇ ਜੀਵਨ ਦੇ ਵਿੱਚ ਵਾਰ-ਵਾਰ ਫੇਰਾ ਨਾ ਪਵੇ ਇਸ ਸੰਸਾਰ ਦੇ ਵਿੱਚ ਆਉਣ ਦਾ। ਸਤਿਗੁਰੂ ਕਹਿੰਦੇ ਇਹ ਮੌਕਾ ਤੈਨੂੰ ਵਾਰ-ਵਾਰ ਨਹੀਂ ਮਿਲਣਾ। ਮੈਂ ਜੁਗ ਜੁਗ ਦਏ ਸੇਵੜੀ, ਗੁਰ ਕੱਟੀ ਮਹਿੰਡੀ ਜੇਵੜੀ, ਹਉ ਬਹੁੜ ਸਿੰਝ ਨਾ ਨੱਚੋਂ, ਨਾਨਕ ਅਵਸਰ ਲੱਦਾ ਭਾਲ ਜੀ। ਬੜਾ ਔਖਾ ਮੈਨੂੰ ਇਹ ਮੌਕਾ ਮਿਲਿਆ ਹੈ। ਕਿਹਦਾ? ਮਨੁੱਖਾ ਜਨਮ ਦਾ। ਇਹ ਮਨੁੱਖਾ ਜਨਮ ਜਿਹੜਾ ਵਾਰ-ਵਾਰ ਨਹੀਂ ਮਿਲਣਾ, ਪਹਿਲਾਂ ਹੀ ਬਹੁਤ ਔਖਾ ਮਿਲਿਆ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਵਾਰੀ ਹੈ ਉਸ ਪਰਮਾਤਮਾ ਗੋਬਿੰਦ ਨੂੰ ਮਿਲਣ ਦੀ। ਜੇਕਰ ਉਸ ਮਾਲਕ ਪਰਮਾਤਮਾ ਦੇ ਤੂੰ ਨਜ਼ਦੀਕ ਹੋਣਾ ਚਾਹੁੰਦਾ, ਤੇਰੇ ਕੋਲੇ ਵਾਰੀ ਹੈ ਕਾਹਦੀ? ਮਨੁੱਖਾ ਜਨਮ ਦੀ। ਇਹਦੇ ਵਿੱਚ ਤੂੰ ਪਰਮਾਤਮਾ ਜੀ ਦੇ ਨੇੜੇ ਆ ਸਕਦਾ ਹੈ। ਤੁਮ ਦਾਤੇ ਤੁਮ ਪੁਰਖ ਵਿਧਾਤੇ, ਬਸ ਉਸ ਨੂੰ ਸਵੀਕਾਰ ਕਰ ਵੀ ਹੇ ਮੇਰੇ ਮਾਲਕ ਜੀ, ਤੂੰ ਹੀ ਮੇਰਾ ਦਾਤਾ ਹੈ, ਤੂੰ ਹੀ ਮੇਰਾ ਵਿਧਾਤਾ ਹੈ। ਵਿਧਾਤਾ ਕਹਿੰਦੇ ਨੇ ਕਿਸਮਤ ਲਿਖਣ ਵਾਲਾ, ਲਿਖਾਰੀ। ਕਹਿੰਦੇ ਤੂੰ ਹੀ ਆ ਮੇਰਾ ਸਾਰਾ ਕੁਝ, ਹੋਰ ਕੋਈ ਨਹੀਂ। ਤੁਮ ਸਮਰੱਥ ਸਦਾ ਸੁਖ ਦਾਤੇ, ਹੇ ਸੁੱਖਾਂ ਦੇ ਦਾਤੇ, ਤੂੰ ਸਦਾ ਸਮਰੱਥ ਹੈ, ਅਟਲ ਹੈ, ਤੂੰ ਕਦੇ ਡੋਲਦਾ ਨਹੀਂ। ਤੂੰ ਇੱਕ ਐਸਾ ਸਥਿਰ ਹੈ ਜਿਸ ਨੂੰ ਕੋਈ ਡੁਲਾ ਨਹੀਂ ਸਕਦਾ, ਤੇ ਜਿਹੜਾ ਤੇਰਾ ਹੋ ਗਿਆ ਤੂੰ ਉਹਨੂੰ ਕਿਵੇਂ ਡੋਲਣ ਦੇ ਦੇਂਗਾ? ਉਹ ਵੀ ਨਹੀਂ ਡੋਲ ਸਕਦਾ। ਸਭ ਕੋ ਤੁਮ ਹੀ ਤੇ ਬਰਸਾਵੈ, ਅਵਸਰ ਕਰੋ ਹਮਾਰਾ ਪੂਰਾ ਜੀਓ। ਕਹਿੰਦੇ ਇਹ ਮੌਕਾ ਜਿਹੜਾ ਮੈਨੂੰ ਮਿਲਿਆ ਨਾ, ਤੈਨੂੰ ਜਪਣ ਦਾ, ਤੈਨੂੰ ਧਿਆਉਣ ਦਾ, ਤੈਨੂੰ ਆਰਾਧਨ ਦਾ, ਕਹਿੰਦੇ ਇਹ ਮੌਕਾ ਜਿਹੜਾ ਇਹ ਮੇਰਾ ਸਫਲਾ ਕਰ ਦੇਵੋ ਤੁਸੀਂ। ਉਹ ਹੋਵੇਗਾ ਕਿਵੇਂ? ਜਦੋਂ ਮਾਲਕ ਨੂੰ ਅਸੀਂ ਬੇਨਤੀ ਕਰਾਂਗੇ, ਜੋਦੜੀ ਕਰਾਂਗੇ ਵੀ ਇਹ ਸਤਿਗੁਰੂ ਤੂੰ ਦਾਤਾ ਰਹਿਮਤ ਕਰ, ਸਾਨੂੰ ਇਹ ਸਮਝ ਆ ਜਾਵੇ ਵੀ ਇਹ ਸਾਡਾ ਮੌਕਾ ਅਜਾਈ ਨਾ ਚਲਿਆ ਜਾਵੇ। ਤੇ ਜੇਕਰ ਮੌਕਾ ਅਜਾਈ ਚਲਿਆ ਗਿਆ, ਫਿਰ ਕੁਝ ਵੀ ਹੱਥ ਨਹੀਂ ਆਉਣਾ। ਸਾਨੂੰ ਵਾਰ-ਵਾਰ ਫਿਰ ਪਤਾ ਨਹੀਂ ਜੂਨਾਂ ਦੇ ਵਿੱਚੋਂ ਕਿਵੇਂ ਜਾਣਾ ਪਵੇਗਾ, ਕਿਉਂਕਿ ਪਹਿਲਾਂ ਹੀ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਵਰੀਆ। ਪਹਿਲਾਂ ਹੀ ਬੜੇ ਲੰਮੇ ਸਮੇਂ ਬਾਅਦ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਚਿਰੰਕਾਲ ਕਹਿੰਦੇ ਨੇ ਚਿਰਾਂ ਤੋਂ, ਬਹੁਤ ਲੰਮੇ ਸਮੇਂ ਤੋਂ। ਆਮ ਕੋਈ ਪ੍ਰਾਣੀ ਕਾਫੀ ਲੰਮੇ ਵਕਫੇ ਬਾਅਦ ਮਿਲੇ ਨਾ, ਤਾਂ ਆਮ ਆਪਣੀ ਭਾਸ਼ਾ ਵੀ ਬੜੇ ਚਿਰਾਂ ਬਾਅਦ ਮਿਲੇ ਆ ਭਾਈ, ਭਾਵ ਕਿ ਲੰਮਾ ਸਮਾਂ। ਸਤਿਗੁਰੂ ਕਹਿੰਦੇ ਜਿਹੜੀ ਤੈਨੂੰ ਇਹ ਦੇਹੀ ਮਿਲੀ ਹੈ ਨਾ, ਇਹ ਵੀ ਬੜੇ ਲੰਮੇ ਸਮੇਂ ਬਾਅਦ ਤੈਨੂੰ ਪ੍ਰਾਪਤ ਹੋਈ ਹੈ, ਮਿਲੀ ਹੈ। ਇਸ ਕਰਕੇ ਇਸ ਦੇਹੀ ਨੂੰ ਤੂੰ ਜਿਹੜਾ ਲਾਉਣਾ ਹੈ ਨਾ, ਉਹ ਦੂਜਿਆਂ ਕੰਮਾਂ ਦੇ ਵਿੱਚੋਂ ਕੱਢ ਕੇ, ਕੰਮ ਕਿਰਤ ਵਾਲੇ ਨਹੀਂ ਜਿਹੜੇ ਅਜਾਈ ਕਰ ਰਹੇ ਹਾਂ ਆਪਾਂ। ਉਹ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਰਤ ਕਰਨ ਨੂੰ ਤਾਂ ਕਿਹਾ ਹੀ ਆ, ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪਹੁੰਚ। ਜਿਹੜਾ ਅਗਲਾ ਹੈ ਨਾ, ਪਾਤਸ਼ਾਹ ਜੀ ਨੇ ਤਾਂ ਕਿਹਾ ਸੀ ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਪਰ ਉਹਨੂੰ ਧਿਆਉਣ ਦੀ ਬਜਾਏ ਅਸੀਂ ਥੋਪਾ ਥਾਪੀ 'ਤੇ ਆ ਗਏ ਵੀ ਜਿਵੇਂ ਸਾਡੇ ਉੱਤੇ ਕਿਸੇ ਨੇ ਥੋਪਿਆ ਵੀ ਸਾਨੂੰ ਇਹ ਕਰਨਾ ਹੀ ਪਊਗਾ, ਅਤੇ ਅਸੀਂ ਉਹ ਕੰਮ ਕਰਨ ਲੱਗੇ ਦੇਰੀ ਵੀ ਨਹੀਂ ਕਰਦੇ। ਪਰ ਧਿਆਉਣਾ ਅਤੇ ਜਪਣਾ ਔਖਾ ਲੱਗਦਾ। ਕਿਉਂ? ਕਿਉਂਕਿ ਇੱਕ ਦੀ ਹੋਂਦ ਨੂੰ ਸਵੀਕਾਰ ਕਰਨਾ ਮਨੁੱਖ ਦੇ ਅੱਜ ਜੀਵਨ ਦੇ ਵਿੱਚ ਬਹੁਤ ਵੱਡਾ ਚੈਲੰਜ ਬਣ ਚੁੱਕਿਆ। ਕਿਉਂ? ਕਿਉਂਕਿ ਉਹ ਫਸੇ ਹੀ ਇਹਨਾਂ ਹੋਰ ਤਰੀਕਿਆਂ ਦੇ ਵਿੱਚ ਪਿਆ ਨਾ, ਜਿਨ੍ਹਾਂ ਤਰੀਕਿਆਂ ਨਾਲ ਮਾਲਕ ਮਿਲਣਾ ਨਹੀਂ, ਜਿਨ੍ਹਾਂ ਦੇ ਨਾਲ ਪਰਮਾਤਮਾ ਤਰੀਕਿਆਂ ਨਾਲ ਮਿਲਣਾ ਹੀ ਨਹੀਂ, ਪ੍ਰਾਪਤ ਨਹੀਂ ਹੋਣਾ, ਦੂਰੀ ਵੱਧਦੀ ਜਾ ਰਹੀ ਹੈ। ਮਨੁੱਖ ਉਹ ਤਰੀਕੇ ਕਰਕੇ ਖੁਸ਼ ਹੈ ਵੀ ਸ਼ਾਇਦ ਚਾਰ ਛਿੱਲੜਾਂ ਦੇ ਨਾਲ ਅਸੀਂ ਕੁਝ ਇੱਦਾਂ ਦਾ ਕਰ ਲਵਾਂਗੇ ਜਿਸ ਦੇ ਨਾਲ ਪਰਮਾਤਮਾ ਖੁਸ਼ ਹੋ ਜਾਵੇ, ਪਰ ਨਹੀਂ। ਕਹਿੰਦੇ ਇੱਦਾਂ ਨਹੀਂ ਹੋਣਾ। ਫਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇਹ ਕਲ ਯੁਗ ਮਹਿ ਪਾਇਆ। ਕਹਿੰਦੇ ਬੜੀ ਦੁਰਲੱਭ ਦੇਹ ਆ ਜਿਹੜੀ ਇਸ ਸੰਸਾਰ ਦੇ ਵਿੱਚ, ਇਸ ਸਮੇਂ ਦੇ ਅੰਦਰ, ਕਲਯੁਗ ਦਾ ਅਰਥ ਹੈ ਇਸ ਸਮੇਂ ਦੇ ਅੰਦਰ, ਤੈਨੂੰ ਇਸ ਸਮੇਂ ਦੇ ਅੰਦਰ ਪ੍ਰਾਪਤ ਹੋਈ ਹੈ, ਮਿਲੀ ਹੈ।
ਕਹਿੰਦੇ ਬਹੁਤ ਥਾਂ ਥਾਂ ਦੇ ਉੱਤੋਂ ਤੂੰ ਭਟਕਦਾ ਹੋਇਆ ਆਇਆ ਹੈ। ਊੜੇ ਆੜੇ ਦੀ ਗਿਣਤੀ ਦੇ ਵਿੱਚ ਨਾ ਅੱਖਰਾਂ ਦੇ ਵਿੱਚ ਫੱਫਾ ਅੱਖਰ ਆਉਂਦਾ। ਫੱਫੇ ਅੱਖਰ ਤੋਂ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿੰਦੇ ਫੱਫਾ ਫਿਰਤ ਫਿਰਤ ਤੂੰ ਆਇਆ। ਹੁਣ ਜਦੋਂ ਜਿਹੜਾ ਮਨੁੱਖ ਬਾਣੀ ਪੜ੍ਹੂਗਾ ਉਹਨੂੰ ਸਵਾਲ ਆ ਵੀ ਹੇ ਮਨੁੱਖ, ਗੁਰੂ ਸਾਹਿਬ ਕਹਿੰਦੇ ਹੇ ਭਾਈ ਪੜ੍ਹਨ ਵਾਲੇ, ਸੁਣਨ ਵਾਲੇ, ਇਹ ਤੂੰ ਧਿਆਨ ਦੇ ਆਪਣੇ ਅੰਦਰ, ਤੂੰ ਬੜਾ ਲੰਮਾ ਸਮਾਂ ਫਿਰਦਾ ਫਿਰਦਾ ਤੂੰ ਇਸ ਮਨੁੱਖਾ ਜਨਮ ਦੇ ਵਿੱਚ ਆਇਆ। ਫਿਰ ਆ ਅਵਸਰ ਚਰੇ ਨਾ ਹਾਥਾ, ਕਹਿੰਦੇ ਇਹ ਮੌਕਾ ਤੈਨੂੰ ਵਾਰ-ਵਾਰ ਮਿਲਣਾ ਨਹੀਂ। ਇੱਕ ਵਾਰੀ ਖੁੰਝ ਜਾਵੇ ਨਾ ਨੌਕਰੀ ਦੇ ਵਿੱਚ, ਬੰਦਾ ਨਹੀਂ ਪੇਪਰ ਵਿੱਚੋਂ ਪਾਸ ਹੋਇਆ, ਕਹਿੰਦਾ ਕੋਈ ਗੱਲ ਨਹੀਂ, ਹਜੇ ਮੌਕੇ ਹੋਰ ਬਥੇਰੇ, ਉਮਰ ਹੈਗੀ ਆ, ਅਗਲੇ ਸਾਲ ਦੇ ਲਈ, ਅਗਲਾ ਸਾਲ ਨਹੀਂ ਇਦੋਂ ਅਗਲੇ ਸਾਲ ਤਿਆਰੀ ਕਰ ਲੈ ਚੰਗੇ ਤਰੀਕੇ ਨਾਲ। ਫੇਰ ਤੂੰ ਭਰਤੀ ਨਹੀਂ ਹੋਇਆ, ਕੋਈ ਗੱਲ ਨਹੀਂ, ਅਗਲੇ ਸਾਲ ਫੇਰ ਭਰਤੀ ਖੁੱਲ੍ਹ ਜਾਣੀ ਹੈ, ਤੂੰ ਹੋਰ ਤਿਆਰੀ ਕਰ ਉਸ ਤੱਕ। ਪਰ ਪਾਤਸ਼ਾਹ ਜੀ ਕਹਿੰਦੇ ਜੀਵਨ ਦੇ ਵਿੱਚ ਤੈਨੂੰ ਮੌਕਾ ਇੱਕ ਵਾਰ ਮਿਲਿਆ ਮਨੁੱਖਾ ਜਨਮ ਦਾ, ਇਹ ਤੈਨੂੰ ਵਾਰ-ਵਾਰ ਨਹੀਂ ਮਿਲਣਾ। ਇਸ ਕਰਕੇ ਫਿਰ ਇਹ ਅਵਸਰ ਚਰੇ ਨਾ ਹਾਥਾ, ਕੀ ਕਰੀਏ? ਨਾਮ ਜਪੋ ਤੋ ਕੱਟੀਏ ਫਾਸਾ। ਕਹਿੰਦੇ ਨਾਮ ਜਪ ਤਾਂ ਤੇਰੇ ਬੰਧਨਾਂ ਦੀ ਖਲਾਸੀ ਹੋ ਸਕਦੀ ਹੈ। ਬੰਦ ਖਲਾਸੀ ਭਾਣੇ ਹੋਏ, ਬੰਧਨਾਂ ਤੋਂ ਖਲਾਸੀ ਆ ਜਿਹੜੀ ਉਹ ਭਾਣੇ ਦੇ ਵਿੱਚ ਰਹਿ ਕੇ ਹੋ ਸਕਦੀ ਹੈ। ਭਾਣਾ ਕੀ ਆ? ਜੋ ਸਤਿਗੁਰੂ ਨੂੰ ਭਾਉਂਦਾ ਹੈ, ਜੋ ਸਤਿਗੁਰੂ ਨੂੰ ਭਾਉਂਦਾ ਜੀਵਨ ਵਿੱਚ ਵਰਤ ਰਿਹਾ, ਉਸ ਨੂੰ ਆਪਣੇ ਅੰਦਰ ਇਹ ਸਵੀਕਾਰ ਕਰਕੇ ਚੱਲੀਏ ਵੀ ਜੋ ਵੀ ਹੋ ਰਿਹਾ ਬਸ ਭਲੇ ਲਈ ਹੋ ਰਿਹਾ, ਭਲਾ ਹੀ ਹੈ ਸਾਰਾ ਕੁਝ। ਭਾਣੇ ਵਿੱਚ ਆ ਸਤਿਗੁਰੂ ਦੇ, ਜੋ ਵੀ ਚੰਗਾ ਹੋ ਰਿਹਾ, ਚਾਹੇ ਮਾੜਾ ਹੋ ਰਿਹਾ, ਘਾਟਾ ਹੋ ਰਿਹਾ, ਵਾਧਾ ਹੋ ਰਿਹਾ, ਨਹੀਂ ਵੀ ਕੁਛ ਮਿਲ ਰਿਹਾ, ਬਸ ਉਹਦੀ ਰਹਿਮਤ ਦੇ ਵਿੱਚ ਆ, ਉਹਦੀ ਨਜ਼ਰ ਦੇ ਵਿੱਚ ਆ। ਮੈਨੂੰ ਜ਼ਿੰਦਗੀ ਦੇ ਵਿੱਚ ਹੋ ਸਕਦਾ ਘਾਟੇ ਵਾਧੇ ਬਹੁਤ ਹੋ ਜਾਣ, ਉਹ ਸਵੀਕਾਰ ਨੇ, ਪਰ ਕਿਤੇ ਸਵਾਸਾਂ ਦਾ ਘਾਟਾ ਵਾਧਾ ਨਾ ਹੋ ਜਾਵੇ ਵੀ ਨਾਮ ਤੋਂ ਖਾਲੀ ਰਹਿ ਜਾਣ। ਇੰਨਾ ਕੁ ਤਾਂ ਆਪਾਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਨਾ ਵੀ ਭਲਿਆ ਬਹੁਤ ਲੰਮਾ ਸਮਾਂ ਲੰਘ ਗਿਆ, ਪਤਾ ਨਹੀਂ ਕਿੰਨੇ ਕੁ ਸਵਾਸ ਜਿਹੜੇ ਸਾਡੇ ਝੂਠ ਦੇ ਵਿੱਚ, ਨਿੰਦਿਆ ਦੇ ਵਿੱਚ, ਚੁਗਲੀ ਦੇ ਵਿੱਚ, ਬੇਈਮਾਨੀ ਦੇ ਵਿੱਚ, ਕਪਟ ਦੇ ਵਿੱਚ, ਧੋਖਾਧੜੀ ਦੇ ਵਿੱਚ ਲੰਘ ਗਏ। ਪਰ ਹੁਣ ਅੱਗੇ ਕੀ ਆ ਵੀ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਹੁਣ ਸਮਝ ਕੇ ਚੱਲਾਂਗੇ ਤਾਂ ਅੱਗੇ ਰਸਤਾ ਏ। ਹੁਣ ਭੁਲੇਖੇ ਨਹੀਂ, ਹੁਣ ਭਰਮ ਨਹੀਂ, ਹੁਣ ਅੱਗੇ ਰਸਤਾ ਮਿਲ ਗਿਆ। ਰਸਤਾ ਕੀ ਮਿਲਿਆ? ਕਹਿੰਦੇ ਫਿਰ ਆਵਣ ਜਾਣ ਨਾ ਹੋਈ। ਜਦੋਂ ਮਾਲਕ ਦਾ ਨਾਮ ਤੇਰੇ ਅੰਦਰ ਆ ਗਿਆ, ਵਸ ਗਿਆ, ਉਹ ਸੱਚੇ ਮਾਲਕ ਪਰਮਾਤਮਾ ਜੀ ਦੇ ਸੱਤ ਸਦੀਵੀ ਨਾਮ ਨੇ ਤੈਨੂੰ ਵਾਰ-ਵਾਰ ਜੰਮਣ ਤੇ ਮਰਨ ਦੇ ਵਿੱਚੋਂ ਕੱਢ ਦੇਣਾ। ਏਕੈ ਏਕ ਜਪੋ ਜਪ ਸੋਈ, ਕਰੋ ਕਿਰਪਾ ਪ੍ਰਭ ਕਰਨੈ ਹਾਰੇ, ਮੇਲ ਲੇਹੋ ਨਾਨਕ ਵਿਚਾਰੇ। ਹੇ ਸਤਿਗੁਰੂ, ਅਸੀਂ ਵਿਚਾਰੇ ਹਾਂ, ਸਾਨੂੰ ਨਹੀਂ ਪਤਾ। ਕਹੋ ਨਾਨਕ ਹਮ ਨੀਚ ਕਰਮਾ। ਹੇ ਸਤਿਗੁਰੂ ਨਾਨਕ ਪਾਤਸ਼ਾਹ ਜੀ, ਮੈਂ ਬਹੁਤ ਨੀਚ ਕਰਮਾਂ ਵਾਲਾ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਵੀ ਇਹੀ ਬੇਨਤੀ ਕਰ ਰਹੇ ਨੇ ਪਰਮਾਤਮਾ ਦੇ ਅੱਗੇ ਵੀ ਪਾਤਸ਼ਾਹ ਜੀ ਮੈਂ ਬਹੁਤ ਨੀਚ ਕਰਮਾਂ ਵਾਲਾ। ਅਤੇ ਸੋਚ ਕੇ ਵੇਖੋ ਵੀ ਫਿਰ ਅਸੀਂ ਕਿੰਨੇ ਕੁ ਨੀਚ ਕਰਮਾਂ ਵਾਲੇ ਹੋਵਾਂਗੇ। ਜਦੋਂ ਨਾਨਕ ਜੋਤ ਆਪ ਇਹ ਅਰਦਾਸ ਕਰੀਏ, ਕਹੋ ਨਾਨਕ, ਨਾਨਕ ਆਖ ਰਿਹਾ ਹੈ, ਕਹਿ ਰਿਹਾ ਹੈ, ਹਮ ਨੀਚ ਕਰਮਾਂ, ਮੈਂ ਨੀਚ ਕਰਮਾਂ ਵਾਲਾ ਹਾਂ। ਸ਼ਰਨ ਪਰੇ ਕੀ ਰਾਖੋ ਸ਼ਰਮਾ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਰੱਖ ਲਓ। ਅਤੇ ਹੁਣ ਸੋਚ ਕੇ ਵੇਖੋ ਵੀ ਜੇਕਰ ਨਾਨਕ ਜੋਤ ਇਹ ਗੱਲ ਕਹਿ ਰਹੀ ਹੈ ਵੀ ਮੈਂ ਨੀਚ ਕਰਮਾਂ ਵਾਲਾ, ਅਤੇ ਸਾਡੇ ਕਿੰਨੇ ਕੁ ਨੀਚ ਕਰਮ ਹੋਣਗੇ? ਗਿਣਤੀ ਤੋਂ ਬਾਹਰ ਹੈ ਨਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਕਹਿੰਦੇ ਜਿੰਨਾ ਨੀਰ ਜਲ ਭਰਿਆ ਪਿਆ ਨਾ ਸਮੁੰਦਰਾਂ ਦੇ ਵਿੱਚ, ਉਸ ਤੋਂ ਵੀ ਵਧੇਰੇ ਕਿਤੇ ਸਾਡੇ ਵਿੱਚ ਔਗਣ ਨੇ। ਪਰ ਹੇ ਮਾਲਕ, ਤੂੰ ਬਖਸ਼ਿਸ਼ ਕਰਨ ਵਾਲਾ ਹੈ, ਤਾਰਨ ਵਾਲਾ ਹੈ, ਤੂੰ ਤਾਰ ਦੇਵੇਂਗਾ, ਭਰੋਸਾ ਹੈ ਤੇਰੇ ਉੱਤੇ। ਜਿਹੜਾ ਤੇਰਾ ਹੱਥ ਫੜ ਕੇ ਤਰ ਗਿਆ, ਤੇਰੇ ਨਾਮ ਦੇ ਰਾਹੀਂ ਤਰ ਗਿਆ, ਉਹ ਡੁੱਬਦਾ ਨਹੀਂ।
ਇੰਨਾ ਕੁ ਵੀ ਭਰੋਸਾ, ਇੰਨਾ ਕੁ ਤਾਂ ਰੱਖਣਾ ਹੀ ਪਵੇਗਾ ਨਾ। ਕਿਸ਼ਤੀ ਵਿੱਚ ਸਵਾਰ ਲੋਕ ਨੇ, ਸਿੱਖਿਆ ਦੇ ਰਹੇ ਨੇ ਵੀ ਤੂੰ ਪੜ੍ਹਿਆ ਲਿਖਿਆ। ਉਹ ਜਿਹੜਾ ਕਿਸ਼ਤੀ ਚਲਾਉਂਦਾ ਕਹਿੰਦਾ ਨਾ, ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ। ਕਹਿੰਦੇ ਤੇਰੀ ਜ਼ਿੰਦਗੀ 'ਤੇ ਧਰਕਾਰ ਆ, ਲਾਹਣਤ ਆ, ਤੂੰ ਪੜ੍ਹਿਆ ਹੀ ਨਹੀਂ, ਅੱਖਰ ਹੀ ਨਹੀਂ ਪੜ੍ਹੇ ਤੂੰ। ਉਹ ਕਹਿੰਦਾ ਚਲੋ ਕੋਈ ਗੱਲ ਨਹੀਂ, ਸਮਾਂ ਲੰਘ ਗਿਆ, ਪਰ ਬੱਚਿਆਂ ਨੂੰ ਮੈਂ ਜ਼ਰੂਰ ਪੜ੍ਹਾ ਰਿਹਾ ਚੰਗੇ ਸਕੂਲ ਦੇ ਵਿੱਚ ਪਾ ਕੇ। ਕਹਿੰਦੇ ਉਹ ਜਦੋਂ ਤੂੰ ਹੀ ਨਹੀਂ ਪੜ੍ਹਿਆ, ਕਹਿੰਦੇ ਤੇਰਾ ਉਹਨਾਂ ਨੂੰ ਪੜ੍ਹਾਏ ਦਾ ਕੀ ਲਾਭ। ਕਹਿੰਦਾ ਚਲੋ ਠੀਕ ਆ ਜੀ, ਕੋਈ ਗੱਲ ਨਹੀਂ, ਕਿਉਂਕਿ ਸਿਆਣਫਾਂ ਦੇਣ ਵਾਲੇ ਵੀ ਕਈ ਵਾਰ ਬਹੁਤੇ ਹੁੰਦੇ ਆ ਨਾ। ਹੁਣ ਅਗਲੀ ਗੱਲ ਫੇਰ ਉਹਨੇ ਕਹਿ ਦਿੱਤੀ ਵੀ ਤੂੰ ਆਹ ਕੰਮ ਕਰ ਲੈਣਾ। ਉਹ ਕਹਿੰਦਾ ਵੀ ਨਹੀਂ, ਮੈਂ ਕੀਤਾ ਹੀ ਨਹੀਂ ਕਦੇ ਕੰਮ, ਮੈਂ ਇਹ ਕੰਮ ਕਿਉਂ ਕਰਾਂਗਾ। ਮੇਰਾ ਕੰਮ ਕਹਿੰਦਾ ਸਿਰਫ ਕਿਸ਼ਤੀ ਚਲਾਉਣਾ, ਇੱਧਰਲੇ ਕਿਨਾਰੇ ਤੋਂ ਬਿਠਾ ਕੇ ਲੰਘਣ ਵਾਲੇ ਰਾਹੀਆਂ ਨੂੰ ਮੈਂ ਦੂਜੇ ਕਿਨਾਰੇ 'ਤੇ ਲਾ ਦਿੰਦਾ। ਮੈਂ ਤਾਂ ਬੇੜੀ ਵਾਲਾ ਬੰਦਾ ਹਾਂ, ਮੈਨੂੰ ਸਮੁੰਦਰ ਦਾ, ਇਹ ਕਿਸ਼ਤੀ ਦਾ ਗਿਆਨ ਹੈ। ਤੈਨੂੰ ਹੈ? ਕਹਿੰਦਾ ਨਹੀਂ। ਕਹਿੰਦਾ ਬਸ ਫਿਰ ਜਿਹੜਾ ਤੇਰੇ ਕੋਲੇ ਗਿਆਨ ਆ ਮੇਰੇ ਕੋਲ ਨਹੀਂ, ਜਿਹੜਾ ਮੇਰੇ ਕੋਲੇ ਉਹ ਤੇਰੇ ਕੋਲ ਨਹੀਂ। ਅਚਾਨਕ ਕੀ ਹੋਇਆ, ਹਜੇ ਸਮੁੰਦਰ ਦਰਿਆ ਦੇ ਨਾ ਵਿਚਕਾਰ ਹੈ, ਕਿਸ਼ਤੀ ਪਹੁੰਚੀ ਅਤੇ ਲਹਿਰਾਂ ਉੱਠ ਖੜੀਆਂ, ਹਲਚਲ ਹੋ ਗਈ, ਪਾਣੀ ਦਾ ਵਹਾਅ ਤੇਜ਼ ਹੋ ਗਿਆ ਅਤੇ ਕਿਸ਼ਤੀ ਆਪਣੇ ਵੇਗ ਦੇ, ਪਾਣੀ ਦੇ ਵੇਗ ਦੇ ਰਾਹੀਂ ਸੰਤੁਲਨ ਸੀ ਜਿਹੜਾ ਉਹ ਖੋ ਬੈਠੀ। ਅਤੇ ਹੁਣ ਉਹ ਕਿਸ਼ਤੀ ਵਾਲਾ ਪੁੱਛਦਾ, ਕਹਿੰਦਾ ਚੱਲ ਪੜ੍ਹਨਾ ਤਾਂ ਮੈਨੂੰ ਨਹੀਂ ਆਉਂਦਾ ਸੀ, ਕਹਿੰਦਾ ਤੈਨੂੰ ਤੈਰਨਾ ਆਉਂਦਾ? ਉਹ ਕਹਿੰਦਾ ਨਹੀਂ। ਕਹਿੰਦਾ ਫੇਰ? ਕਹਿੰਦਾ ਪੜ੍ਹਾਈ ਕਿਸ ਕੰਮ ਦੀ, ਤੈਨੂੰ ਤੈਰਨਾ ਹੀ ਨਹੀਂ ਆਉਂਦਾ। ਉਹ ਕਹਿੰਦਾ ਕਿਉਂ? ਕਹਿੰਦਾ ਹੁਣ ਡੁੱਬਾਂਗੇ, ਹੁਣ ਤੈਰਨਾ ਪਊ, ਜੇ ਤੈਰਨਾ ਆਇਆ ਤੈਨੂੰ ਆਉਂਦਾ ਤਾਂ ਤੂੰ ਬਚ ਜਾਵੇਂਗਾ, ਨਹੀਂ ਡੁੱਬੇਗਾ। ਉਹ ਕਹਿੰਦਾ ਫਿਰ ਮੈਨੂੰ ਨਾਲ ਕੱਢ ਲੈ, ਤੈਨੂੰ ਤੈਰਨਾ ਆਉਂਦਾ? ਕਹਿੰਦਾ ਮੈਨੂੰ ਤਾਂ ਆਉਂਦਾ। ਕਹਿੰਦਾ ਕੱਢ ਲੈ ਫਿਰ। ਕਹਿੰਦਾ ਹਾਂ, ਸਹਾਇਕ ਬਣ ਕੇ ਇਹ ਜ਼ਰੂਰ ਆ ਵੀ ਮੈਂ ਤੈਨੂੰ ਕੱਢ ਲੈਂਦਾ, ਪਰ ਦੂਜੇ ਪਾਸੇ ਇਸ ਸਰੀਰ ਨੂੰ ਗੁਰੂ ਪਾਤਸ਼ਾਹ ਜੀ ਨੇ ਇੱਕ ਬੇੜੀ ਕਿਹਾ। ਕਹਿੰਦੇ ਵੀ ਜੇਕਰ ਤੂੰ ਇਸ ਸਰੀਰ ਨੂੰ ਬਚਾਉਣਾ ਚਾਹੁੰਦਾ, ਮਨ ਨੂੰ, ਆਤਮਾ ਨੂੰ ਗੁਰੂ ਘਰ ਦੇ ਵਿੱਚ, ਪਰਮਾਤਮਾ ਦੇ ਨਿੱਜ ਘਰ ਤੱਕ ਲੈ ਕੇ ਜਾਣਾ ਚਾਹੁੰਦਾ, ਤਾਂ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਤੈਨੂੰ ਤਰੀਕਾ ਆਉਣਾ ਚਾਹੀਦਾ ਵੀ ਤੂੰ ਕਰਨਾ ਕੀ ਹੈ। ਸੋਧਰ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਪਾਤਸ਼ਾਹ ਜੀ ਕਹਿੰਦੇ ਨੇ ਸਰੰਜਾਮ ਲਾਗ ਭਵਜਲ ਤਰਨ ਕੈ। ਕਹਿੰਦੇ ਇੰਤਜ਼ਾਮ ਕਰ, ਕਾਹਦੇ ਲਈ? ਕਹਿੰਦੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਣ ਦੇ ਲਈ। ਹੁਣ ਪਾਤਸ਼ਾਹ ਜੀ ਕਹਿੰਦੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਭਾਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ। ਕਹਿੰਦੇ ਜਦੋਂ ਤਾਂ ਤੈਂ ਬੇੜੀ ਬੰਨ੍ਹਣੀ ਸੀ, ਕਿਸ਼ਤੀ ਬੰਨ੍ਹਣੀ ਸੀ, ਕਿਸ਼ਤੀ ਬਣਾਉਣੀ ਸੀ, ਉਦੋਂ ਤੂੰ ਅਜਾਈ ਹੋਰਾਂ ਕੰਮਾਂ ਵਿੱਚ ਮੈਂ ਆਹ ਵੀ ਕਰ ਲਵਾਂ, ਮੈਂ ਉਹ ਵੀ ਕਰ ਲਵਾਂ, ਨਹੀਂ ਕੀਤਾ ਤੂੰ, ਨਾਮ ਦਾ ਜਹਾਜ਼ ਨਹੀਂ ਬੰਨਿਆ। ਅਤੇ ਹੁਣ ਕੀ ਹੋਇਆ? ਕਹਿੰਦੇ ਹੁਣ ਸੰਸਾਰ ਸਮੁੰਦਰ ਦੇ ਵਿੱਚ ਜਿਹੜੀਆਂ ਜ਼ਿੰਦਗੀ ਦੀਆਂ ਆਖਰੀ ਮੌਤ ਦੀਆਂ ਲਹਿਰਾਂ ਸੀ ਨਾ, ਉੱਠ ਖੜੀਆਂ। ਇਸ ਸੰਸਾਰ ਸਮੁੰਦਰ ਦੀਆਂ ਮੌਤ ਦੀਆਂ ਲਹਿਰਾਂ ਉੱਠ ਖੜੀਆਂ। ਹੁਣ ਪਾਰ ਲੰਘਣ ਦੇ ਲਈ ਜਾਂ ਤਾਂ ਬੰਦੇ ਕੋਲੇ ਸਮੁੰਦਰ ਦੇ ਵਿੱਚੋਂ ਬੇੜੀ ਹੋਵੇ, ਜੇ ਬੇੜੀ ਨਹੀਂ ਤਾਂ ਉਹਨੂੰ ਤੈਰਨਾ ਆਉਣਾ ਚਾਹੀਦਾ। ਹੁਣ ਨਾ ਬੇੜੀਏ, ਨਾ ਤੈਰਨਾ ਆਉਂਦਾ, ਨਾ ਸਹਾਰਾ ਲਿਆ, ਤਿੰਨਾਂ ਚੀਜ਼ਾਂ ਤੋਂ ਖੁੰਝ ਗਿਆ। ਹੋਇਆ ਕੀ? ਕਹਿੰਦੇ ਭਰ ਸਰਬਰ ਜਬ ਉਛਲੈ। ਕਹਿੰਦੇ ਜਦੋਂ ਸਮੁੰਦਰ, ਨਦੀ ਛੱਲਾਂ ਮਾਰਨ ਲੱਗ ਪਈ, ਹੜ੍ਹ ਆ ਗਏ ਉਹਦੇ ਵਿੱਚ, ਵਹਾਅ ਤੇਜ਼ ਹੋ ਗਿਆ, ਹੁਣ ਸਥਿਰ ਪਾਰ ਨਹੀਂ ਲੰਘਿਆ ਜਾਣਾ, ਕਿਸ਼ਤੀ ਤਾਂ ਹੈ ਨਹੀਂ ਕੋਲੇ। ਹੁਣ ਕੀ ਸੀ? ਕਹਿੰਦੇ ਹੁਣ ਕਹਿੰਦਾ ਵੀ ਮੈਨੂੰ ਕੋਈ ਤੈਰਨਾ ਸਿਖਾ ਦਿਓ। ਜਦੋਂ ਬੰਦਾ ਡੁੱਬ ਰਿਹਾ ਉਦੋਂ ਕਹਿ ਰਿਹਾ ਮੈਨੂੰ ਤੈਰਨਾ ਸਿਖਾ ਦਿਓ, ਇਹ ਕਿਵੇਂ ਹੋ ਸਕਦਾ? ਬੇਸ਼ੱਕ ਕਈ ਗੱਲਾਂ 'ਤੇ ਬੰਦਾ ਕਹਿੰਦਾ ਵੀ ਲੋੜ ਕਾਢਦੀ ਮਾਂ, ਪਰ ਇਹ ਥੋੜ੍ਹੀ ਆ ਵੀ ਬੰਦਾ ਮੱਚ ਰਿਹਾ ਹੋਵੇ ਉਦੋਂ ਕਹੇ ਵੀ ਮੈਨੂੰ ਅੱਗ ਬੁਝਾਉਣੀ ਸਿਖਾ ਦਿਓ। ਇੱਦਾਂ ਤਾਂ ਨਹੀਂ ਨਾ ਹੋ ਸਕਦਾ। ਜਦੋਂ ਲੁੱਟ ਹੋ ਰਹੀ ਹੈ, ਲੁੱਟਿਆ ਜਾ ਰਿਹਾ ਬੰਦਾ, ਅਤੇ ਉਦੋਂ ਕਹੇ ਵੀ ਹੁਣ ਮੈਨੂੰ ਬਚਣਾ ਸਿਖਾ ਦਿਓ, ਇੱਦਾਂ ਤਾਂ ਨਹੀਂ ਹੋ ਸਕਦਾ। ਇਹ ਤਾਂ ਪਹਿਲਾਂ ਇੰਤਜ਼ਾਮ ਕਰਨਾ ਪਊ। ਕਹਿੰਦੇ ਮਨੁੱਖ ਹਰ ਵਾਰ ਕਰਦਾ ਇਹੀ ਆ ਵੀ ਜਦੋਂ ਸਰਬਰ ਉਛਲਣ ਲੱਗ ਪੈਂਦਾ ਨਾ, ਛੱਲਾਂ ਪੈਣ ਲੱਗ ਪੈਂਦੀਆਂ ਨੇ, ਉਦੋਂ ਸੋਚਦਾ ਵੀ ਸ਼ਾਇਦ ਮੈਂ ਹੁਣ ਕੁਛ ਕਰ ਲਵਾਂ ਅਤੇ ਬਚ ਸਕਦਾ। ਨਹੀਂ, ਪਰ ਫਿਰ ਬਚ ਨਹੀਂ ਸਕਦਾ। ਫਿਰ ਤਾਂ ਜਿਹੜਾ ਇਹ ਜਨਮ ਹੈ ਇਹ ਅਜਾਈਂ ਬੀਤਦਾ ਜਾ ਰਿਹਾ, ਇਹ ਸਵਾਸ ਨਿਤ ਨਿਤ ਘਟਦੇ ਜਾ ਰਹੇ ਨੇ। ਅਵਸਰ ਬੀਤਿਓ ਜਾਤ ਹੈ। 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਹੇ ਭਲੇ ਇਨਸਾਨ ਆਪਣੇ 'ਤੇ ਨਜ਼ਰ ਕਰ।
ਆਪਣੇ ਅੰਦਰ ਝਾਤੀ ਮਾਰ। ਬਾਹਰ ਤਾਂ ਬਹੁਤ ਮਾਰ ਲਈਆਂ ਨਾ, ਬਾਹਰ ਤਾਂ ਬਾਬਾ ਫਰੀਦ ਜੀ ਕਹਿੰਦੇ ਇੱਥੋਂ ਤੱਕ ਕਰ ਦਿੱਤਾ ਤੂੰ ਵੀ ਤੂੰ ਲੇਖ ਵੀ ਦੂਜਿਆਂ ਦੇ ਤੂੰ ਕਾਲੇ ਲਿਖ ਲਿਖ ਕੇ ਰੱਖਣ ਲੱਗ ਪਿਆ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਹੁਣ ਕਹਿੰਦੇ ਜੇ ਤੂੰ ਐਡਾ ਹੀ ਅਕਲ ਦਾ ਧਨੀ ਹੈ ਨਾ ਤਾਂ ਕਾਲੇ ਲੇਖ ਨਾ ਲਿਖ, ਕਿਸੇ ਦੀ ਬੁਰਿਆਈ ਨਾ ਲਿਖ ਨਾ, ਵੀ ਉਹ ਆਇਆ। ਉਧਰ ਜਾਣ ਤੋਂ ਪਹਿਲਾਂ ਤੂੰ ਆਪਣੇ ਵੱਲ ਵੇਖ ਲੈ। ਆਪਨੜੈ ਗਿਰੀਵਾਨ ਮੈਂ ਸਿਰ ਨਿਵਾਹ ਕਰ ਦੇਖ। ਆਪਣੇ ਵਿੱਚ ਵੇਖ, ਕਦੇ ਬੈਠਿਆ ਕਰ ਕੋਈ 2 ਘੜੀਆਂ ਨਾ ਅੱਖਾਂ ਬੰਦ ਕਰਕੇ ਸਮਾਂ ਕੱਢ ਕੇ ਨਾ, ਜਦੋਂ ਸੌਣ ਤੋਂ ਪਹਿਲਾਂ ਹੀ ਲਾ ਲਓ, ਸ਼ਾਮ ਨੂੰ ਜਦੋਂ ਮੰਜੇ ਉੱਤੇ ਬਹਿੰਦੇ ਆ ਨਾ, ਪੈਣ ਦੇ ਲਈ ਬਿਸਤਰੇ ਦੇ ਵਿੱਚ ਤਿਆਰ ਹੁੰਦੇ ਵੀ ਹੁਣ ਅਸੀਂ ਪੈ ਜਾਣਾ, ਉਦੋਂ ਨਾ 10 ਮਿੰਟ ਬਹਿ ਕੇ ਕੋਸ਼ਿਸ਼ ਕਰਿਆ ਕਰ, ਜਿੰਨਾ ਸਮਾਂ ਨਿਕਲੇ ਸੋਚਿਆ ਕਰ ਵੀ ਕੀ ਕੀਤਾ, ਕਿ ਜਿਹੜੇ ਕੰਮ ਅੱਜ ਕੀਤੇ ਉਹ ਤੇਰੇ ਕਰਨ ਵਾਲੇ ਸੀ ਕਿ ਨਹੀਂ ਸੀ। ਲੇਖਾ ਜੋਖਾ ਤਾਂ ਇਹੀ ਹੈ ਨਾ। ਸੋਹਿਲਾ ਸਾਹਿਬ ਬਾਣੀ ਦੇ ਜਦੋਂ ਸ਼ਬਦ ਪੜ੍ਹਦੇ ਆ ਨਾ, ਸੱਚ ਜਾਣੇ ਉਹਦੇ ਵਿੱਚ ਸਾਡਾ ਲੇਖਾ ਜੋਖਾ ਹੀ ਹੈ, ਲੇਖਾ ਜੋਖਾ ਹੀ ਹੈ। ਅਤੇ ਜਦੋਂ ਸ਼ਬਦ ਆਉਂਦਾ ਨਾ ਵੀ ਉਹ ਮਾਲਕ ਪਰਮਾਤਮਾ ਦੇ ਦਰ ਤੋਂ ਜਿਹੜਾ ਹੈਗਾ ਸੱਦੜਾ ਪੈ ਰਿਹਾ, ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ। ਸੱਦਾ ਪੈਂਦਾ ਆਉਂਦਾ, ਹਰੇਕ ਸਰੀਰ ਘਰ ਦੇ ਵਿੱਚ ਸੁਨੇਹਾ ਆ ਰਿਹਾ ਵੀ ਤੇਰਾ ਟਾਈਮ ਆ ਗਿਆ ਭਾਈ, ਜਾਣ ਦਾ ਜਾਣਾ ਪੈਣਾ। ਸੱਦਾ ਆ ਗਿਆ, ਸੁਨੇਹਾ ਆ ਗਿਆ, ਕਿੱਥੋਂ? ਪਰਮਾਤਮਾ ਤੋਂ। ਕਹਿੰਦੇ ਇਸ ਕਰਕੇ ਵੀ ਹੇ ਮੇਰੇ ਮਾਲਕ ਜੀ, ਮੇਰੀ ਹੁਣ ਅਰਦਾਸ ਆ ਤੇਰੇ ਅੱਗੇ। ਕੀ ਅਰਦਾਸ ਹੈ? ਕਹਿੰਦੇ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਓ ਮੇਲ। ਹੇ ਮੇਰੇ ਕਰਮ ਇੰਦਰਿਓ, ਗਿਆਨ ਇੰਦਰਿਓ, ਉਸ ਮਾਲਕ ਨੂੰ ਸਵਾਸ ਸਵਾਸ ਚੇਤੇ ਕਰੀਏ ਅਤੇ ਅਸੀਸਾਂ ਲਈਏ। ਇੱਕ ਇਹ। ਦੂਜਾ, ਸਤ ਸੰਗਤ ਦੇ ਵਿੱਚ ਜਿਹੜੇ ਸਤ ਸੰਗੀ ਜਨ ਨੇ, ਉਹਨਾਂ ਦੇ ਵਿੱਚ ਬਹਿ ਕੇ ਜਦੋਂ ਸੱਚੇ ਗਿਆਨ ਦੀ ਗੱਲ ਕਰਾਂਗੇ ਨਾ, ਉਹ ਵੀ ਅਸੀਸਾਂ ਹੀ ਨੇ। ਸੱਚੇ ਗਿਆਨ ਨੂੰ ਜਪਣਾ ਅਸੀਸਾਂ ਨੇ, ਅਤੇ ਉਹ ਅਸੀਸਾਂ ਵਿੱਚ ਕੀ ਹੋਵੇਗਾ? ਪਰਮਾਤਮਾ ਨਾਲ ਮੇਲ ਹੋਵੇਗਾ। ਬਸ ਇਹੀ ਹੈ ਵੀ ਉਹ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ। ਨਹੀਂ ਤਾਂ 9ਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਤੇਰਾ ਜਿਹੜਾ ਅਵਸਰ ਹੈ, ਵੇਲਾ ਹੈ, ਸਮਾਂ ਹੈ, ਮਨੁੱਖਾ ਜਨਮ ਦਾ ਬੀਤਦਾ ਜਾ ਰਿਹਾ ਹੈ। ਬੀਤ ਜੈ ਹੈ, ਬੀਤ ਜੈ ਹੈ। ਇਹ ਜਿਹੜਾ ਸਮਾਂ ਤੇਰਾ ਨਾ ਬੀਤਦਾ ਜਾ ਰਿਹਾ। ਜਨਮ ਤੇਰਾ ਅਕਾਰਥਾ ਹੋ ਰਿਹਾ ਹੈ, ਬੇਅਰਥ ਹੋ ਰਿਹਾ। ਇਹਨੂੰ ਅਰਥ ਦੇ ਵਿੱਚ ਲੈ ਕੇ ਆ, ਇਹਨੂੰ ਬੇਨਤੀਜਾ ਨਾ ਰੱਖ, ਇਹਨੂੰ ਕਿਸੇ ਨਤੀਜੇ ਵੱਲ ਲੈ ਕੇ ਜਾ। ਐਵੇਂ ਚੱਕ ਕੇ ਕਾਪੀਆਂ ਕਾਲੀਆਂ ਕਰੀ ਜਾਣੀਆਂ ਅਤੇ ਜਾ ਕੇ ਬਾਅਦ ਵਿੱਚ ਫੇਲ ਹੋ ਜਾਣਾ, ਇਹ ਕੋਈ ਬਹੁਤਾ ਸਿਆਣਪ ਵਾਲਾ ਕੰਮ ਨਹੀਂ। ਕਹਿੰਦੇ ਇਸ ਕਰਕੇ ਕੰਮ ਬੇਸ਼ੱਕ ਓਨਾ ਕਰ ਜਿੰਨੇ ਦੀ ਲੋੜ ਹੈ, ਪਰ ਤੇਰਾ ਇਮਤਿਹਾਨ ਦੇ ਵਿੱਚ ਪਾਸ ਹੋਣਾ ਲਾਜ਼ਮੀ ਹੈ। ਕਿਤੇ ਨਾ ਹੋਵੇ ਵੀ ਇਹ ਸਮਾਂ ਲੰਘ ਜਾਵੇ, ਬੀਤ ਜਾਵੇ ਅਤੇ ਬਾਅਦ ਵਿੱਚ ਤੂੰ ਪਛਤਾਵੇਂ। ਇਹ ਰਹਾਉ ਦੀਆਂ ਪੰਗਤੀਆਂ ਸੀ 2। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੂ। ਸੰਪਤ ਰਥ ਧਨ ਰਾਜ ਸਿਉ, ਅਤ ਨੇਹ ਲਗਾਇਓ। ਬੰਦੇ ਨੇ ਕੀਤਾ ਕੀ? ਗੁਰੂ ਪਾਤਸ਼ਾਹ ਜੀ ਨੂੰ ਇਹ ਸਵਾਲ ਕਿਉਂ ਕਰਨਾ ਪਿਆ? ਤੇਰਾ ਸਮਾਂ ਬੀਤਦਾ ਜਾ ਰਿਹਾ, ਤੇਰਾ ਵੇਲਾ ਲੰਘਦਾ ਜਾ ਰਿਹਾ, ਤੂੰ ਮੇਰੀ ਗੱਲ ਮੰਨ ਲੈ, ਪਰਮਾਤਮਾ ਦਾ ਨਾਂ ਜਪ ਲੈ। ਬੰਦਾ ਕਹਿੰਦਾ ਵੀ ਹੋਇਆ ਕੀ ਹੈ, ਪਤਾ ਤਾਂ ਲੱਗੇ ਨਾ ਮੈਨੂੰ, ਵੀ ਇਹਨਾਂ ਸਵਾਲਾਂ ਦੇ ਵਿੱਚੋਂ ਮੈਂ ਜਵਾਬ ਲੱਭਦਾ, ਵੀ ਮੈਨੂੰ ਦੱਸੋ ਤਾਂ ਸਹੀ ਵੀ ਮੇਰੀ ਗਲਤੀ ਕਿੱਥੇ ਹੈ। ਹੁਣ ਗੁਰੂ ਪਾਤਸ਼ਾਹ ਜੀ ਦੱਸਦੇ ਆ, ਕਹਿੰਦੇ ਕੀ ਕਰ ਰਿਹਾ ਤੂੰ? ਸੰਪਤ ਰਥ ਧਨ ਰਾਜ ਸਿਉ, ਕਹਿੰਦੇ ਤੂੰ ਇਸ ਵਿੱਚ ਖਚਤ ਹੈ। ਧਨ ਦੌਲਤ, ਰਥਾਂ, ਪਤਨੀ ਅਤੇ ਜੰਗੀਰਾਂ, ਜਾਇਦਾਦਾਂ, ਕਹਿੰਦੇ ਇਹਦੇ ਵਿੱਚ ਤੂੰ ਖਚਤ ਹੋ ਚੁੱਕਿਆ। ਅਤ ਨੇਹ ਲਗਾਇਓ, ਤੂੰ ਅਤ ਦਾ ਪ੍ਰੇਮ ਪਾਇਆ ਹੋਇਆ ਹੈ, ਨੇਹ ਪਾਇਆ ਹੋਇਆ ਹੈ। ਤੈਨੂੰ ਇਹਨਾਂ ਚੀਜ਼ਾਂ ਤੋਂ ਬਿਨਾਂ ਦੂਜਾ ਕੋਈ ਹੋਰ ਲੱਭ ਹੀ ਨਹੀਂ ਰਿਹਾ। ਅਸਲ 'ਚ ਨਾ ਮਨੁੱਖਾ ਜੀਵਨ ਹੈ ਜਿਹੜਾ, ਕੁਛ
ਇਹ ਕਹਿ ਲਓ ਵੀ ਮਾਇਆ ਦੇ ਸਹਾਰੇ ਵੀ ਖੜਾ, ਕੋਈ ਸ਼ੱਕ ਨਹੀਂ। ਕੰਮ ਕਾਜ ਨੇ, ਆਉਣਾ ਜਾਣਾ, ਘਰ ਦੇ ਖਰਚੇ, ਬਿਜਲੀ ਦੇ ਬਿੱਲ, ਪਾਣੀ ਦਾ, ਹੋਰ ਸਾਰੇ ਖਰਚੇ ਨੇ। ਇਹ ਵੀ ਆ ਵੀ ਇਹ ਪੈਸੇ ਤੋਂ ਬਿਨਾਂ ਚੱਲ ਨਹੀਂ ਸਕਦਾ, ਜ਼ਰੂਰੀ ਹੈ ਪੈਸਾ ਵੀ। ਇੱਕ ਤਾਂ ਜ਼ਰੂਰਤ ਹੈ, ਗੁਜ਼ਰਾਨ ਹੈ ਮਾਇਆ, ਪਰ ਇੱਕ ਹੈ ਵੀ ਇਕੱਠੀ ਕਰੀ ਜਾਵਾਂ। ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕਿਹਾ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਉਹ ਵੀ ਸਪਸ਼ਟ ਕਹਿ ਦਿੱਤਾ ਵੀ ਲਾਲਚ ਦੇ ਅਧੀਨ ਰਿਹਾ, ਲਾਲਚ ਕਦੇ ਖਤਮ ਨਹੀਂ ਹੁੰਦਾ। ਜਿਉਂ ਪਾਵਕ ਈਂਧਣ ਨਹੀਂ ਧਰਾਪੈ, ਜਿਵੇਂ ਅੱਗ ਦੇ ਵਿੱਚ ਕੋਈ ਤੇਲ ਪਾਈ ਜਾਵੇ, ਬਾਲਣ ਸੁੱਟੀ ਜਾਵੇ ਵੀ ਅੱਗ ਰੱਜ ਕੇ ਬੁਝ ਜੂਗੀ, ਉਹ ਕਦੇ ਨਹੀਂ ਬੁਝਦੀ। ਉਹ 'ਚ ਜਿੰਨਾ ਸਿੱਟੋਗੇ ਓਨੀ ਲਾਟ ਵੱਡੀ ਹੋਊਗੀ, ਜਿੰਨਾ ਸਿੱਟੋਗੇ ਓਡੀ ਲਾਟ ਵੱਡੀ ਜਾਊਗੀ। ਇਵੇਂ ਇਹ ਜੀਵਨ। ਹਾਂ, ਜੇ ਤਾਂ ਗੁਜ਼ਾਰੇ ਜੋਗਾ ਹੈ ਵੀ ਸਹੀ ਤਾਣਾ ਪੇਟਾ ਜਿਹੜਾ ਬਣਿਆ ਹੋਇਆ ਉਹ ਸਹੀ ਚੱਲੀ ਜਾਵੇ, ਉਹਨਾਂ ਕੋਈ ਮਾੜਾ ਨਹੀਂ। ਇਮਾਨਦਾਰੀ ਦੀ ਕਮਾਈ ਕੋਈ ਮਾੜੀ ਨਹੀਂ, ਪਰ ਦੂਜੇ ਪਾਸੇ ਜਿਹੜੀ ਬੇਈਮਾਨੀ ਦੀ ਆ ਉਹ ਤਾਂ ਮਾੜੀ ਮਾੜੀ ਆ। ਉਹ ਤਾਂ ਪਾਤਸ਼ਾਹ ਜੀ ਕਹਿੰਦੇ ਵੀ ਨਹੀਂ, ਇਹ ਤੂੰ ਕਰਨਾ ਹੀ ਨਹੀਂ। ਮਨ ਮੇਰੇ ਭੂਲੇ ਕਪਟ ਨਾ ਕੀਚੈ, ਅੰਤ ਨਵੇਰਾ ਤੇਰਾ ਜੀ ਪੈ ਲੀਜੈ। ਅੰਤ ਵੇਲੇ ਨਵੇੜਾ ਤੇਰੀ ਜਿੰਦ ਤੋਂ ਲਿਆ ਜਾਣਾ। ਕਪਟ ਨਾ ਕਰੀ, ਧੋਖਾ ਨਾ ਕਰੀ, ਛਲ ਨਾ ਕਰੀ, ਕਿਸੇ ਨਾਲ ਫਰੇਬ ਨਾ ਕਰੀ ਨਾ। ਤੇਰਾ ਜੀਵਨ ਬੜਾ ਆਨੰਦਮਈ ਅਤੇ ਪਿਆਰ ਵਾਲਾ ਚਾਹੀਦਾ। ਉਹ ਹੋਵੇਗਾ ਤਾਂ ਜਦੋਂ ਤੂੰ ਨੇ ਜਿਹੜਾ ਪਿਆਰ ਤੂੰ ਇਹਨਾਂ ਚੀਜ਼ਾਂ ਵਿੱਚ ਪਾਇਆ ਹੋਇਆ, ਵਸਤੂਆਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਇਹਨਾਂ ਪਦਾਰਥ ਦੇਖੋ ਇੱਕ ਗੱਲ ਸਪਸ਼ਟ ਹੈ ਵੀ ਜੇਕਰ ਉਸ ਨਿਰੰਕਾਰ ਨੂੰ ਪਾਉਣਾ ਹੈ ਨਾ ਤਾਂ ਇਸ ਸੰਸਾਰ ਤੋਂ ਉੱਤੇ ਰਹਿ ਕੇ ਪਾਉਣਾ ਪਵੇਗਾ। ਇਸ ਸੰਸਾਰ ਦੇ ਰਹਿਣਾ ਤਾਂ ਵਿੱਚ ਹੀ ਹੈ, ਪਰ ਸੰਸਾਰ ਦੀਆਂ ਜਿਹੜੀਆਂ ਇੱਛਾਵਾਂ ਨੇ, ਤ੍ਰਿਸ਼ਨਾਵਾਂ ਨੇ, ਪਦਾਰਥ ਹੈ, ਉਹਨਾਂ ਤੋਂ ਉੱਤੇ ਹੋਣਾ ਪਵੇਗਾ। ਆਸਾਂ ਸਭੇ ਲਾ ਕੇ, ਬਾਕੀ ਆਸ਼ਾਵਾਂ ਲਾ ਕੇ ਇੱਕੋ ਆਸ ਕਮਾਓ, ਇੱਕੋ ਆਸ, ਇੱਕ ਦੇ ਸਹਾਰੇ ਰਹੋ, ਫਿਰ ਸਹੀ ਹੋ ਜਾਣਾ ਸਾਰਾ। ਇਹ ਜੀਵਨ ਹੈ ਸਾਡਾ। ਜੀਵਨ ਨਿਰੰਕਾਰ ਤੋਂ ਸੰਸਾਰ 'ਤੇ ਆ ਕੇ ਸ਼ੁਰੂ ਹੋਇਆ। ਅਸੀਂ ਆਪਣਾ ਜੀਵਨ ਪੰਧ ਸੰਸਾਰ ਤੋਂ ਵਾਪਸ ਨਿਰੰਕਾਰ ਤੱਕ ਜੋੜਨਾ ਹੈ। ਐਡਾ ਰਾਹ ਤਿਆਰ ਕਰਨਾ, ਅਤੇ ਜਿਹੜਾ ਉਹ ਰਾਹ ਗਾ, ਉਹ ਪਹਾ ਗਾ, ਉਹ ਸੜਕ ਹੈ, ਉਹ ਤਿਆਰ ਕਰਨ ਦੇ ਲਈ ਸਾਨੂੰ ਮਿਹਨਤ ਆਪ ਕਰਨੀ ਪਵੇਗੀ। ਤਿਆਰ ਕੀਤਾ ਕਰਾਇਆ ਮਨੁੱਖ ਅੱਜ ਜ਼ਿਆਦਾ ਚਾਹੁਣ ਲੱਗ ਪਿਆ ਵੀ ਤਿਆਰ ਹੀ ਮਿਲ ਜਾਵੇ। ਸਾਨੂੰ ਤਿਆਰ ਨਾ ਕਰਨਾ ਪਵੇ, ਮਿਹਨਤ ਨਾ ਕਰਨੀ ਪਵੇ। ਮਿਹਨਤ ਤਾਂ ਕਰਨੀ ਪੈਣੀ ਹੈ। ਜੇ ਥਾਲੀ ਵਿੱਚ ਰੋਟੀ ਪੈ ਕੇ ਸਾਹਮਣੇ ਆ ਗਈ ਹੈ ਨਾ, ਤਾਂ ਤੋੜਨ ਦੀ ਤਾਂ ਮਿਹਨਤ ਕਰਨੀ ਪੈਣੀ ਹੈ, ਹਿੰਮਤ ਕਰਨੀ ਪੈਣੀ ਹੈ, ਉਹ ਫੇਰ ਹੀ ਮੂੰਹ 'ਚ ਆਵੇਗੀ। ਚੱਲ ਬਿਮਾਰ ਹੈ, ਕਿਤੇ ਰੋਗੀ ਹੈ, ਹੱਥ ਪੈਰ ਟੁੱਟਿਆ ਹੋਇਆ, ਨਹੀਂ ਕੰਮ ਕਰਦਾ, ਉਦੋਂ ਤੇਰੇ ਕੋਈ 4 ਦਿਨ 10 ਦਿਨ ਤੇਰੇ ਮੂੰਹ 'ਚ ਬੁਰਕੀਆਂ ਪਾ ਦੇਗਾ, ਉਹ ਤਾਂ ਤੇਰਾ ਸਹਾਰਾ ਹੋ ਗਿਆ ਨਾ ਨਾਲ। ਚਲੋ ਸਹਾਰਾ ਵੀ ਮਨੁੱਖ ਹੀ ਮਨੁੱਖ ਦਾ ਸਹਾਰਾ ਬਣਦਾ, ਦੁੱਖ ਸੁੱਖ ਦਾ ਸਾਥੀ ਹੈ। ਪਰ ਜਦੋਂ ਉਹ ਵੀ ਬਲਾ ਟਲ ਗਈ, ਇਲਾਜ ਹੋ ਗਿਆ, ਸਾਰਾ ਕੁਝ ਸਹੀ ਹੋ ਗਿਆ, ਵੀ ਫਿਰ ਵੀ ਤੂੰ ਇਹੀ ਭਾਲੇ ਵੀ ਨਾ ਮੇਰੀ ਤਾਂ ਹਜੇ ਬਾਂਹ ਟੁੱਟੀ ਅੰਦਰ, ਕਿਉਂਕਿ ਮਨ ਹੀ ਕਮਜ਼ੋਰ ਇਹਨਾਂ ਕਰ ਲਿਆ ਨਾ, ਮਨ ਦੇ ਵਿੱਚ ਮੰਨ ਲਿਆ ਵੀ ਨਹੀਂ ਹਜੇ ਤਾਂ ਮੇਰੀ ਬਾਂਹ ਟੁੱਟੀ ਹੋਈ ਹੈ, ਹਜੇ ਵੀ ਕੋਈ ਆ ਕੇ ਬੁਰਕੀਆਂ ਮੂੰਹ 'ਚ ਹੀ ਪਾ ਜੇ। ਇੱਦਾਂ ਤਾਂ ਨਹੀਂ ਨਾ ਹੋਣਾ। ਇਸ ਕਰਕੇ ਸਤਿਗੁਰੂ ਕਹਿੰਦੇ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ। ਜਦੋਂ ਅੰਤ ਵੇਲੇ ਫਾਹੀ ਆ ਜਿਹੜੀ ਗਲ ਨੂੰ ਆ ਕੇ ਪੈ ਗਈ ਨਾ, ਫਿਰ ਸਾਰਾ ਕੁਝ ਝੱਟ ਪਰਾਇਆ ਹੋ ਜਾਂਦਾ। ਫਿਰ ਤਾਂ ਘਰ ਵਾਲੀ ਵੀ ਪ੍ਰੇਤ ਪ੍ਰੇਤ ਕਰ ਭਾਗੀ ਦੂਰ ਦੂਰ ਭੱਜਦੀ ਹੈ ਵੀ ਨਹੀਂ ਛੇਤੀ ਲੈ ਜਾਓ ਇਹਨੂੰ ਚੱਕ ਕੇ। ਜਵਾਕ ਡਰੀ ਜਾਂਦੇ ਆ, ਹੁਣ ਲਾਸ਼ ਘਰ ਹੀ ਰੱਖਣੀ ਆ। ਸਮਾਂ ਵੀ ਇੱਦਾਂ ਦਾ ਹੀ ਬਣਿਆ ਨਾ, ਜਿਹਦੇ ਨਾਲ ਲਾਵਾਂ ਲਈਆਂ ਹੁੰਦੀਆਂ ਨਾ, ਉਹ ਵੀ ਆਖਰ ਨੂੰ ਇਹ ਗੱਲ ਕਹਿ ਦਿੰਦੀ ਆ ਵੀ ਨਹੀਂ ਇੰਨਾ ਟਾਈਮ ਘਰੇ ਨਹੀਂ ਰੱਖੀਦਾ ਹੁੰਦਾ। ਹੁਣ ਤਾਂ ਜਵਾਕ ਵੀ ਡਰਨ ਲੱਗ ਗਏ ਵੀ ਉੱਠਦਾ ਹੀ ਨਹੀਂ, ਤਾਂ ਹੋਰ ਹੀ ਚਿਹਰਾ ਮਹਾਂਦਰਾ ਬਦਲ ਜਾਂਦਾ ਨਾ ਫਿਰ। ਸੋ ਇਸ ਕਰਕੇ ਕਹਿੰਦੇ ਵੀ ਮੁੜ ਕੇ ਸਾਰਾ ਕੁਝ ਪਰਾਇਆ ਹੋ ਜਾਂਦਾ, ਕੁਝ ਵੀ ਆਪਣਾ ਨਹੀਂ ਰਹਿੰਦਾ। ਜਾਣ ਬੂਝ ਕੇ ਬਾਬਰੇ ਤੈਂ ਕਾਜ ਵਿਗਾਰਿਓ। ਜਾਣ ਦਾ ਸਾਰਾ ਕੁਝ ਹੈ, ਸਤਿਗੁਰੂ ਕਹਿੰਦੇ ਕੁਛ ਵੀ ਲੁਕਿਆ ਨਹੀਂ। ਜਾਣ ਬੂਝ ਕੇ ਬਾਬਰੇ, ਬਾਬਰੇ ਕਹਿੰਦੇ ਨੇ ਪਾਗਲ ਨੂੰ, ਕਹਿੰਦੇ ਪਾਗਲਾ ਜਾਣ ਬੁੱਝ ਕੇ ਤੇ ਆਪਣਾ ਕਾਰਜ ਵਿਗਾੜ ਲਿਆ। ਪਤਾ ਹੁੰਦਾ ਵੀ ਜੇ ਆਹ ਕੰਮ ਕਰਾਂਗੇ ਨਾ ਇਹ ਗਲਤ ਆ, ਇਹਦੀ ਸਜ਼ਾ ਵੀ ਮਿਲੂ, ਬਦਨਾਮੀ ਵੀ ਹੋਊਗੀ, ਸਾਰਾ ਕੁਝ ਹੋਊਗਾ, ਪਰ ਫਿਰ ਵੀ ਜਾਣ ਬੂਝ ਕੇ ਬਾਬਰ।
ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਐਂ ਭਰੈ। ਪਤਾ ਹੁੰਦਾ ਵੀ ਮੈਂ ਖੂਹ 'ਚ ਡਿੱਗੂ, ਦੂਜਿਆਂ ਨੂੰ ਦਿਖਾਉਂਦਾ ਦਾ ਚਾਨਣ ਵੀ ਬਚ ਜੇ, ਉਹ ਖੂਹ ਆ ਮੂਹਰੇ, ਪਰ ਆਪ ਉਹਦੇ ਵਿੱਚ ਹੀ ਡਿੱਗ ਪੈਂਦਾ। ਜਾਣ ਬੁੱਝ ਕੇ ਬਾਵਰੈ। ਫਿਰ ਗੱਲ ਘੁੰਮ ਕੇ ਕਿਸਾਨੀ 'ਤੇ ਆ ਜਾਂਦੀ ਹੈ। ਪਤਾ ਹੈ ਉਹਨਾਂ ਨੂੰ ਵੀ ਡਿੱਗਣਾ ਖੂਹ 'ਚ ਹੀ ਹੈ, ਪਰ ਹੁਣ ਵੀ ਸੱਪ ਦੇ ਮੂੰਹ 'ਚ ਨਾ ਕੁੜ ਕਰਲੀ ਫਸੀ ਹੋਈ ਹੈ, ਉਹ ਨਾ ਨਿਭਾ ਸਕਦੇ ਆ ਨਾ ਛੱਡ ਸਕਦੇ ਆ। ਹਾਲਾਤ ਇਹ ਬਣ ਗਏ। ਹਾਲਾਤ ਇੱਦਾਂ ਦੀ ਬਣ ਜਾਂਦੇ ਨੇ ਵੀ ਜਿੱਥੇ ਜਾ ਕੇ ਮਨੁੱਖ ਸਮਝ ਤੋਂ ਕੰਮ ਲੈਣਾ ਛੱਡ ਦਿੰਦਾ ਅਤੇ ਫਸ ਜਾਂਦਾ। ਇੱਕ ਜਾਲ ਹੁੰਦਾ, ਮੱਕੜੀ ਜਾਲ ਬੁਣਦੀ ਹੈ, ਉਹ ਜਾਲ ਬੁਣਦੀ ਨਾ ਉਹਨੂੰ ਇਹ ਚੇਤਾ ਹੀ ਭੁੱਲ ਜਾਂਦਾ ਵੀ ਮੈਂ ਵੀ ਬਾਹਰ ਨਿਕਲਣਾ ਇਸ ਜਾਲ 'ਚੋਂ। ਉਹਨੂੰ ਇਹ ਹੁੰਦਾ ਵੀ ਦੂਜਾ ਕੋਈ ਸ਼ਿਕਾਰ ਆਊਗਾ, ਮੱਛਰ ਮੱਖੀ ਭਮੱਕੜ ਕੁਛ ਵੀ ਮੈਂ ਉਹਨੂੰ ਅੰਦਰ ਆਏ ਨੂੰ ਖਾ ਜੂੰ ਜਾਲ 'ਚ ਫਸਾ ਕੇ। ਪਰ ਉਹ ਜਾਲ ਹੀ ਇੰਨਾ ਬੁਣ ਲੈਂਦੀ ਆ, ਉਹਦੇ ਵਿੱਚ ਆਪ ਹੀ ਫਸ ਕੇ ਘੁੱਟ ਕੇ ਵਿੱਚ ਆਪ ਹੀ ਮਰ ਜਾਂਦੀ ਹੈ, ਬਾਹਰ ਨਹੀਂ ਨਿਕਲ ਸਕਦੀ। ਉਹ ਹਾਲਾਤ ਮਨੁੱਖ ਦੇ ਨੇ। ਮਨੁੱਖ ਨੇ ਜਾਲ ਹੀ ਐਡਾ ਵੱਡਾ ਆਪਣਾ ਪਸਾਰ ਲਿਆ, ਉਹ ਜਾਲ ਦੇ ਵਿੱਚ ਫਸ ਗਿਆ, ਹੁਣ ਨਿਕਲਣਾ ਵੀ ਔਖਾ। ਹਾਂ, ਜੇ ਤਾਂ ਗੁਰੂ ਦਾ ਗਿਆਨ ਹੈ, ਉਹ ਜਾਲ ਦੇ ਵਿੱਚੋਂ ਝਮੇਲੇ 'ਚੋਂ ਤੋੜ ਕੇ ਨਿਕਲ ਸਕਦਾ, ਬਚ ਸਕਦਾ। ਪਰ ਮਨੁੱਖ ਜਾਲ ਹੀ ਐਡੇ ਗਹਿਰੇ ਵਿੱਚ ਫਸਿਆ, ਨਿਕਲਣਾ ਚਾਹੁੰਦਾ ਵੀ ਹੈ ਪਰ ਨਿਕਲ ਨਹੀਂ ਪਾ ਰਿਹਾ। ਫਿਰ ਕਹਿੰਦਾ ਵੀ ਨਹੀਂ ਜੀ, ਉਹ ਕੀ ਕਹੂਗਾ ਵੀ ਤੂੰ ਆਹ ਕੁਛ ਕਰਦਾ ਸੀ, ਲੈ ਤੂੰ ਛੱਡ ਗਿਆ, ਤੂੰ ਵੱਡਾ ਸਿਆਣਾ ਬਣ ਗਿਆ, ਅੱਜ ਪਹਿਲਾਂ ਗੰਦ ਹੀ ਪਾਉਂਦਾ ਰਿਹਾ। ਇੱਦਾਂ ਦੇ ਹਾਲਾਤ ਹੁੰਦੇ ਆ ਨਾ ਲੋਕ, ਕਿਉਂਕਿ ਤਾਨੇ ਵੀ ਨੇ। ਅਤੇ ਫਿਰ ਗੱਲ ਉੱਥੇ ਹੀ ਵੀ ਅਸੀਂ ਲੋਕਾਚਾਰੀ ਦੇ ਵਿੱਚ ਖੜ੍ਹ ਗਏ ਆ ਕੇ। ਲੋਕਾਚਾਰੀ ਦੇ ਵਿੱਚ ਕੀ, ਬਾਬਾ ਕਬੀਰ ਜੀ ਕਹਿੰਦੇ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਕਹਿੰਦੇ ਵੀ ਤੈਨੂੰ ਤਾਂ ਆਪਣੇ ਆਪ ਦੇ ਵਿੱਚ ਐਡਾ ਬਲਵਾਨ ਹੋਣਾ ਪਵੇਗਾ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਰੇ। ਤੈਨੂੰ ਇਸ ਤੋਂ ਉੱਪਰ ਉੱਠਣਾ ਪਵੇਗਾ, ਤੈਨੂੰ ਦੁਨੀਆ ਦਾ ਨਹੀਂ, ਨਾ। ਕਹੋ ਕਬੀਰ ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਭਗਤ ਕਬੀਰ ਜੀ ਕਹਿੰਦੇ ਵੀ ਹੁਣ ਹੇ ਲੁਕਾਈ, ਹੇ ਦੁਨੀਆ, ਹੁਣ ਤੂੰ ਜਿੰਨਾ ਮਰਜ਼ੀ ਇਹਦੇ ਵਿੱਚ ਫਸ ਜਾ, ਤੇਰੀ ਪ੍ਰਤੀਤ ਨਹੀਂ ਹੋਣੀ, ਤੇਰਾ ਨਹੀਂ ਚੱਲਣਾ ਕੁਛ ਵੀ। ਹੁਣ ਮੈਂ ਪ੍ਰਮਾਤਮਾ ਦੇ ਵਿੱਚ ਹਾਂ। ਜਦੋਂ ਤੂੰ ਕਰਤਾ ਤੂੰ ਹੁਆ, ਜਦੋਂ ਤੂੰ ਹੀ ਹੋ ਗਿਆ ਨਾ, ਅਬ ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ, ਫਿਰ ਤੂੰ ਹੀ ਹੈ, ਹੋਰ ਕੋਈ ਨਹੀਂ। ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਕਚਿਓ ਨਹੀਂ, ਨਾ ਗਰਭ ਨਿਵਾਰਿਓ। ਪਾਪ ਕਰਦੇ ਨੇ ਤਾਂ ਸੰਕੋਚ ਨਹੀਂ ਕੀਤਾ, ਰੁਕਿਆ ਨਹੀਂ ਤੂੰ। ਅੰਦਰੋਂ ਆਵਾਜ਼ ਤਾਂ ਆਈ ਸੀ ਵੀ ਗਲਤ ਕਰ ਰਿਹਾ, ਤੂੰ ਰੁਕ ਜਾ, ਤੂੰ ਗਲਤ ਚੱਲ ਰਿਹਾ, ਰੁਕ ਜਾ, ਇਹਦੇ ਵਿੱਚ ਤੇਰਾ ਲਾਭ ਨਹੀਂ, ਦੂਜਿਆਂ ਦਾ ਵੀ ਨੁਕਸਾਨ। ਪਰ ਰੁਕਿਆ ਨਹੀਂ। ਹੋਇਆ ਕੀ, ਕਹਿੰਦੇ ਆਪਣਾ ਜਿਹੜਾ ਸੀ ਉਹ ਕੰਮ ਉਹਨੇ ਕਰ ਦਿੱਤਾ। ਨਾ ਗਰਭ ਨਿਵਾਰਿਓ, ਕਿਉਂਕਿ ਅੰਦਰ ਜਿਹੜਾ ਹੰਕਾਰ ਹੈ ਨਾ, ਉਹ ਮਨੁੱਖ ਨੂੰ ਜਿਉਣ ਨਹੀਂ ਦਿੰਦਾ, ਉਹ ਜਿਹੜਾ ਹੈਗਾ ਛੱਡਣ ਨਹੀਂ ਦਿੰਦਾ, ਪਾਪ ਤਿਆਗਣ ਨਹੀਂ ਦਿੰਦਾ। ਉਹ ਕਹਿੰਦਾ ਵੀ ਜੇ ਮੈਂ ਛੱਡਤਾ, ਲੋਕ ਕਹਿਣਗੇ ਲੈ ਇਹ ਇੱਦਾਂ ਹੋ ਗਿਆ। ਫਿਰ ਉਹੀ ਵੀ ਕੰਨਾਂ ਦੀ ਵਡਿਆਈ ਨਾ। ਪਾਤਸ਼ਾਹ ਜੀ ਕਹਿੰਦੇ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਅੱਗ ਦੇ ਵਿੱਚ ਸਾੜ ਕੇ ਸਵਾਹ ਕਰਦੇ, ਵੀ ਮੈਨੂੰ ਨਾ ਵਡਿਆਈ ਦੀ ਭੁੱਖਾ, ਨਾ ਨਿੰਦਿਆ ਸੁਣਨੀ ਹੈ, ਨਾ ਕਿਸੇ ਦੀ ਉਪਮਾ, ਨਾ ਮਾਣ ਨਾ ਅਪਮਾਨ, ਨਾ। ਇਹ ਤਾਂ ਦੋਨੇ ਛੱਡਣੇ ਆ, ਤਿਆਗਣੇ ਆ। ਮਾਣ ਅਪਮਾਨ ਦੋ ਤਿਆਗਿਆ, ਛੱਡ ਦੇ ਦੋਨੇ। ਕਹਿੰਦੇ ਜਿਹੇ ਵਿਦ ਗੁਰ ਉਪਦੇਸਿਆ, ਸੋ ਸੁਣ ਰੇ ਭਾਈ। ਕਹਿੰਦੇ ਜਿਹੜਾ ਤਰੀਕਾ ਤੈਨੂੰ ਗੁਰੂ ਨੇ ਦਿੱਤਾ ਹੈ, ਉਸ ਤਰੀਕੇ ਨੂੰ ਤੂੰ ਆਪਣੇ ਮਨ ਦੇ ਵਿੱਚ ਵਸਾ ਲੈ। ਜਿਹੇ ਵਿਦ ਗੁਰ ਉਪਦੇਸਿਆ, ਸੋ ਸੁਣ ਰੇ ਭਾਈ। ਉਹ ਤਰੀਕਾ ਤੂੰ ਸ਼ਰਵਣ ਕਰ, ਸੁਣ, ਮਨ ਦੇ ਵਿੱਚ ਵਸਾ ਲੈ, ਪੱਕਾ ਕਰ ਲੈ। ਨਾਨਕ ਕਹਿਤ ਪੁਕਾਰ ਕੈ, ਗਹੁ ਪ੍ਰਭ ਸ਼ਰਨਾਈ। ਨਾਨਕ ਨੌਵੇਂ ਪਾਤਸ਼ਾਹ ਜੀ ਉੱਚੀ ਉੱਚੀ ਪੁਕਾਰ ਕੇ, ਰੌਲਾ ਪਾ ਇਹ ਗੱਲ ਕਹਿ ਰਹੇ ਨੇ, ਭਾਈ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਓ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂਕਾ ਅੰਤਰਜਾਮੀ। ਉਹ ਇੱਕੋ ਰਖਵਾਲਾ ਹੈ, ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਉਹ ਇੱਕੋ ਹੀ ਹੈ ਮਾਲਕ। ਉਸ ਇੱਕ ਦੇ ਸਹਾਰੇ ਦੇ ਵਿੱਚ ਆ ਜਾ, ਤੇਰਾ ਜੀਵਨ ਮਨੋਰਥ ਜਿਹੜਾ ਸਫਲਾ ਹੋ ਜਾਵੇ। ਅਤੇ ਇਹ ਸਫਲਾ ਜਿਹੜਾ ਜੀਵਨ ਹੈ,
ਇਹ ਫਿਰ ਵੱਡੇ ਭਾਗ ਜਿਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਵੀ ਕਿਹਾ ਹੈ। ਫਿਰ ਜਿਹਦੇ ਵੱਡੇ ਭਾਗ ਹੋ ਗਏ ਨਾ, ਉਹਦੀ ਮਾਂ ਨੂੰ ਵੀ ਸ਼ਾਬਾਸ਼ ਹੈ। ਧੰਨ ਜਣੇਂਦੀ ਮਾਓ ਆਏ ਸਫਲ ਸੇ, ਜਿਹਨੇ ਤੈਨੂੰ ਜਣਿਆ ਹੈ ਮਾਂ ਉਹ ਵੀ ਧੰਨ ਹੈ, ਤੇਰਾ ਆਇਆ ਹੋਇਆ ਜੀਵਨ ਵੀ ਸਫਲਾ ਹੈ, ਧੰਨ ਹੈ, ਮੁਬਾਰਕ ਹੈ ਤੇਰਾ ਇਹ ਜੀਵਨ। ਗੁਰੂ ਪਾਤਸ਼ਾਹ ਜੀ ਫਿਰ ਗੁਰ ਥਾਪੀ ਦਿੱਤੀ ਕੰਡ ਜੀਓ, ਸ਼ਾਬਾਸ਼ੇ ਦਿੰਦੇ ਨੇ ਵੀ ਹਾਂ ਸ਼ਾਬਾਸ਼ੇ ਪੁੱਤਰ, ਤੂੰ ਬਹੁਤ ਸੋਹਣਾ ਜੀਵਨ ਗੁਜ਼ਾਰ ਕੇ ਆਇਆ ਹੈ। ਅਤੇ ਨਹੀਂ ਦੂਜੇ ਪਾਸੇ ਤਾਂ ਸਤਿਗੁਰੂ ਨੇ ਸਪਸ਼ਟ ਹੀ ਕਹਿ ਦਿੱਤਾ ਵੀ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਫਿਰ ਤਾਂ ਮਨਮੁਖ ਵੀ ਜਿਹੜੇ ਨੇ ਨਾ ਉਹ ਮੂਲ ਗਵਾ ਕੇ ਚੱਲੇ ਜਾਂਦੇ ਨੇ। ਇਸੇ ਕਰਕੇ ਤੂੰ ਆਪਣੇ ਜੀਵਨ ਦੇ ਵਿੱਚ ਇਹ ਮੌਕਾ ਜਿਹੜਾ ਤੈਨੂੰ ਮਿਲਿਆ ਇਹਨੂੰ ਅਜਾਈਂ ਨਾ ਗਵਾ, ਸੰਭਾਲ ਲੈ। ਫਿਰ ਕਲਯੁਗ ਅੰਦਰ ਦੇਹ ਧਰ ਕਰਮਾਂ ਅੰਦਰ, ਫਿਰ ਫਸਾਵੇ ਅਵਸਰ ਚੁੱਕਾ ਹੱਥ ਨਾ ਆਵੇ। ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਸਪਸ਼ਟ ਕਰ ਦਿੱਤੀ ਵੀ ਜੇ ਮੌਕਾ ਲੰਘ ਗਿਆ ਜੀਵਨ ਦਾ, ਤੈਨੂੰ ਵਾਰ-ਵਾਰ ਮਿਲਣਾ ਨਹੀਂ। ਇਸ ਕਰਕੇ ਤੂੰ ਆਪਣੇ ਜੀਵਨ ਨੂੰ ਸੰਭਾਲਣ ਦਾ ਯਤਨ ਕਰ। ਗੁਰਮੁਖ ਦੁਰਲੱਭ ਦੇ ਅਵਸਰ ਜਾਣਦੇ, ਜਿਹੜੇ ਗੁਰਮੁਖ ਨੇ ਉਹ ਇਹ ਮੌਕਾ ਜਾਣਦੇ ਨੇ ਵੀ ਇਹ ਮੈਨੂੰ ਦੁਰਲੱਭ ਦੇ ਮਿਲੀ ਹੈ, ਬੜੇ ਲੰਮੇ ਸਮੇਂ ਬਾਅਦ ਮਿਲੀ ਆ, ਇਹ ਭਾਗਾਂ ਵਾਲੀ ਦੇਹੀ ਆ। ਫਿਰ ਕੀ ਕਰਦੇ ਨੇ, ਕਹਿੰਦੇ ਸਾਧ ਸੰਗਤ ਅਸਨੇਹ ਸਭ ਰੰਗ ਮਾਣਦੇ, ਸ਼ਬਦ ਸੁਰਤ ਲਿਵ ਲੇ ਆਖ ਵਖਾਣ ਦੇ, ਦੇਹੀ ਵਿੱਚ ਵਧੇਹ ਸੱਚ ਸਿਆਣੀਐ ਦੁਬਦਾ ਉਹ ਨਾ ਇਹ, ਇੱਕ ਪਛਾਣ ਦੇ ਚਾਰ ਦਿਹਾੜੇ ਥੇ ਮਨ ਵਿੱਚ ਆਣ ਦੇ। ਕਹਿੰਦੇ ਇਹ 4 ਦਿਹਾੜੇ ਨੇ ਦਿਨ ਦੇ, ਅਤੇ ਜਿਨ੍ਹਾਂ ਦੇ ਵਿੱਚ ਅਸੀਂ ਜੀਵਨ ਨੂੰ ਬਤੀਤ ਕਰ ਰਹੇ ਹਾਂ, ਅਤੇ ਮਨ ਵਿੱਚ ਆਣ ਦੇ, ਮਨ ਵਿੱਚ ਉਹਨਾਂ ਦੇ ਇਹ ਝੂਠਾ ਜਿਹੜਾ ਸੰਸਾਰ ਹੈ ਉਹਦਾ ਪਸਾਰਾ ਨਹੀਂ ਫੈਲ ਸਕਦਾ। ਉਹ ਫਿਰ ਨਿਰਲੇਪ ਹੋ ਜਾਂਦੇ ਨੇ ਸਤ ਸੰਗਤ ਦੇ ਵਿੱਚ ਆ ਕੇ, ਸਤਿਗੁਰੂ ਦੇ ਗਿਆਨ ਨਾਲ ਜੁੜ ਕੇ ਇਹ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ, ਮਾਣਦੇ ਨੇ। ਫਿਰ ਹੀ ਸਤਿਗੁਰੂ ਕਿਰਪਾ ਕਰਨਗੇ ਸਾਡੇ ਉੱਪਰ ਵੀ, ਜਦੋਂ ਅਸੀਂ ਵੀ ਨਿਤਾਂ ਪ੍ਰਤੀ ਸਤਿਗੁਰੂ ਦੇ ਦਰ ਦੀ ਹਾਜ਼ਰੀ ਭਰਦੇ ਰਹਾਂਗੇ, ਸੰਗਤ ਕਰਦੇ ਰਹਾਂਗੇ, ਬਾਣੀ ਸੁਣਦੇ ਰਹਾਂਗੇ, ਪੜ੍ਹਦੇ ਰਹਾਂਗੇ, ਵਿਚਾਰਦੇ ਰਹਾਂਗੇ। ਫਿਰ ਹੀ ਸਾਡੇ ਅੰਦਰ ਵੀ ਜਿਹੜਾ ਗੁਰੂ ਦਾ ਪਿਆਰ ਹੈ, ਸਤਿਕਾਰ ਹੈ, ਉਹ ਵੱਧ ਜਾਵੇਗਾ। ਫਿਰ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਨਾ ਚਿਤਾਰਨੀਆਂ, ਵਿਚਾਰ ਕਰਦਿਆਂ ਤੋਂ ਅਨੇਕ ਭੁੱਲਾਂ ਰਹਿ ਜਾਣੀਆਂ ਸੁਭਾਵਿਕ ਨੇ। ਆਪ ਗੁਰੂ ਕੀ ਸੰਗਤ ਬਖਸ਼ਣ ਜੋਗੋ ਅਰਦਾਸ ਕਰਿਓ, ਸਤਿਗੁਰੂ ਰਹਿਮਤ ਕਰਨ, ਕਹਿਣੀ ਅਤੇ ਕਰਨੀ ਦੇ ਵਿੱਚ ਪਰਪੱਕਤਾ ਆ ਜਾਵੇ, ਨਿਤਨੇਮੀ ਜੀਵਨ ਅੰਮ੍ਰਿਤ ਵੇਲੇ ਦੀ ਸੰਭਾਲ ਆ ਜਾਵੇ। ਫਿਰ ਹੀ ਸਾਡਾ ਲੋਕ ਅਤੇ ਪਰਲੋਕ ਸੁਹੇਲਾ ਹੈ। ਫਤਿਹ ਦੀ